गुरु जी की साजी नवाजी, गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारिओ, जो आपां नूं गुरबाणी गुरु विच गुरु साहिबाना ने भगत जना ने उपदेश बख्शिश कीता, सानूं समझाउंदे कि संसार दे विच आ के जदों साडा मन परमात्मा नूं भुल जांदा है, अपना जो घर है निज महल ही निज महल नूं भी भुल जांदा है, हुक्म तो आकी हो जाता है, हुक्म नूं भी भुल जांदा। मेरे जदों ना तो सिमरन करदा है, ना ही सत संगत दे विच आउंदा। सत संगत तो बिना जीव का जिहड़ा जीवन है वो पशुओं वर्गे, जिमें एक पशु है उवें ही फिर मनमुख का जीवन। मनमुख जीव की करता है, सवेरे उठता है तो कर्म ते लग जाता, सारा दिन कर्म करी जाता है। जदों कर्म तो विहला हुंदा, लड़ाइयाँ झगड़े कर ले, किसी की निंदिया कर ली, रात नूं फिर इकट्ठे होए थे, फिर लड़ के झगड़ के वैर विरोध करके फिर सौ गए। सवेर नूं फिर उठिया, फिर उहिओ कर्म करना शुरू कर दिता। ऐसा जीवन जिहड़ा जीव गुजारदा है उहनूं फिर सतगुरु कहिंदे भी ये सारा कुछ तो पशु ते पंछी भी करदे, वो भी खांदे पींदे ने, वो भी सौंदे ने, वो भी आपदे बच्चे पालदे। बई ये जिहड़ा मानस जामा दिता ये 84 लाख तो जून तो उत्तम, ये सिर्फ इसी वास्ते नहीं दिता भी खा लिया पी लिया कर्म कर लिया, सौ गए, लड़ाइयाँ झगड़े कर ली, वैर विरोध कर ली। हौली भेद सानूं सत संगत तो बिना नहीं आउंदा भी साडे जीवन का मकसद की है, मनोरथ की है।
ਭਾਈਓ ਫਿਰ ਮਹਾਰਾਜ ਕਹਿੰਦੇ ਵੀ ਸਤ ਸੰਗਤ ਤੋਂ ਬਿਨਾਂ ਜਿਹੜਾ ਜੀਵ ਦਾ ਜੀਵਨ ਉਹ ਪਸ਼ੂਆਂ ਵਰਗ। ਮਹਾਰਾਜ ਫਰਮਾਉਂਦੇ ਬੈਨ ਸੰਗਤੀ ਸਭ ਐਸੇ ਰਹੀ ਜੈਸੇ ਵਸ਼ ਢੋਰ ਜੈਨ ਕੀਤੀ ਤਿਸੇ ਨਾ ਜਾਣਨੀ ਬੈਨਾ ਮੇ ਸਭ ਚੋਰ। ਇਹ ਨਾਮ ਤੋਂ ਬਿਨਾਂ ਜੀਵ ਚੋਰ ਹੈ ਤੇ ਸਤ ਸੰਗਤ ਤੋਂ ਬਿਨਾਂ ਇਹ ਪਸ਼ੂਆਂ ਵਰਗਾ ਹੈ। ਜਿਵੇਂ ਆਪਾਂ ਦੇਖਦੇ ਹਾਂ ਵੀ ਪਸ਼ੂ ਪੰਛੀ ਉਹ ਵੀ ਲੜਦੇ ਆਪਸ ਵਿੱਚ। ਹੁਣ ਮਹਾਰਾਜ ਕਹਿੰਦੇ ਵੀ ਉਹ ਤਾਂ ਲੜਦੇ ਵੀ ਉਹਨਾਂ ਨੂੰ ਗਿਆਨ ਨਹੀਂ ਇੰਨਾ, ਉਹਨਾਂ ਨੂੰ ਸੋਝੀ ਨਹੀਂ ਵੀ ਸਾਨੂੰ ਲੜਾਉਣ ਵਾਲਾ ਕੌਣ ਹੈ। ਸਾਡੇ ਮਾਨਸ ਜਾਮੇ ਵਿੱਚ ਸਾਨੂੰ ਸਭ ਤੋਂ ਵੱਧ ਗਿਆਨ ਦਿੱਤਾ ਸਤਿਗੁਰੂ ਸਾਨੂੰ ਸਾਰਾ ਭੇਜ ਦੇ ਰਹੇ। ਜੇ ਅਸੀਂ ਮਾਨਸ ਜਾਮੇ ਵਿੱਚ ਹੁੰਦੇ ਹੋਏ ਵੀ ਇੱਕ ਦੂਸਰੇ ਨਾਲ ਲੜੀ ਜਾਂਦੇ ਹਾਂ, ਫਿਰ ਮਹਾਰਾਜ ਕਹਿੰਦੇ ਵੀ ਇਹ ਦੇਖਣ ਨੂੰ ਤਾਂ ਮਾਨਸ ਨੇ, ਪਰ ਜਿਹੜੀਆਂ ਇਹਨਾਂ ਦੀਆਂ ਕਰਤੂਤਾਂ ਜਿਹੜੇ ਇਹਨਾਂ ਦੇ ਕਰਮ ਉਹ ਪਸ਼ੂਆਂ ਵਰਗੇ। ਮਹਾਰਾਜ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ। ਬਈ ਕਰਤੂਤਾਂ ਹੋਈਓ ਪਰ ਦੇਖਣ ਨੂੰ ਮਾਨਸ ਨੇ, ਕਹਿੰਦੇ ਅਸੀਂ ਮਾਨਸ। ਤੇ ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਮਾਨਸ ਜਾਮਾ ਮਿਲਿਆ ਸਾਨੂੰ ਪਰਮਾਤਮਾ ਨੂੰ ਮਿਲਣ ਵਾਸਤੇ। ਇਹਦੇ ਵਿੱਚ ਰਹਿੰਦੇ ਹੋਏ ਅਸੀਂ ਆਪਣੇ ਆਪੇ ਦੀ ਪਹਿਚਾਣ ਕਰਨੀ, ਆਪਦੇ ਮੂਲ ਦੀ ਪਹਿਚਾਣ ਕਰਨੀ। ਹੁਣ ਜਿਸ ਮਾਲਕ ਵਾਹਿਗੁਰੂ ਨੇ ਸਾਡੀ ਸਿਰਜਣਾ ਕੀਤੀ ਹੈ, ਸਾਨੂੰ ਸਭ ਤੋਂ ਇਹ ਉੱਤਮ ਮਾਨਸ ਜਾਮਾ ਦਿੱਤਾ। ਜੇ ਅਸੀਂ ਉਹ ਸਿਰਜਣਾ ਕਰਨ ਵਾਲੀ ਨੂੰ ਜਾਣਿਆ ਨਹੀਂ, ਫਿਰ ਮਹਾਰਾਜ ਕਹਿੰਦੇ ਬਈ ਬੜੇ ਚਿਰਾਂ ਬਾਅਦ ਇਹ ਮਾਨਸ ਦੇਹੀ ਤਾਂ ਮਿਲੀ ਹੈ। ਅਰੇ ਮਾਨਸ ਦੇਹੀ ਵਿੱਚ ਹੁੰਦੇ ਹੋਏ ਵੀ ਇਹ ਪਸ਼ੂ ਤੇ ਪ੍ਰੇਤਾਂ ਤੋਂ ਵੀ ਭੈੜੇ ਨੇ। ਮਹਾਰਾਜ ਫਰਮਾਉਂਦੇ ਚਰਨ ਕਾਲ ਪਾਈ ਦਰਲੰਭ ਦੇ ਨਾਮ ਬਿਹੂਣੀ ਹੋਈ ਖੇ ਪਸ਼ੂ ਪ੍ਰੇਤ ਮੁਗਤ ਤੇ ਬੁਰੀ ਤਿਸੇ ਨਾ ਬੁਝੇ ਜੈਨੇ ਹੋ ਸਿਰੀ। ਬਈ ਜਿਹਨੇ ਸਿਰਜਣਾ ਕਰਕੇ ਭੇਜਿਆ ਉਹਨੂੰ ਜਾਣਿਆ ਹੀ ਨਹੀਂ, ਉਹਦੇ ਸਨਮੁਖ ਨਹੀਂ ਹੋਏ, ਫਿਰ ਕਹਿੰਦੇ ਵੀ ਪਸ਼ੂ ਦੇ ਪ੍ਰੇਤਾਂ ਤੋਂ ਵੀ ਭੈੜਾ। ਇਸ ਵਾਸਤੇ ਫਿਰ ਸਤਿਗੁਰੂ ਦੱਸਦੇ ਵੀ ਜਿਹੜਾ ਮਨਮੁਖ ਦਾ ਜੀਵਨ ਹੈ ਉਹ ਨਾ ਸਤ ਸੰਗਤ ਕਰਨ ਕਰਕੇ, ਨਾ ਗੁਰੂ ਦੀ ਮੱਤ ਲੈਣ ਕਰਕੇ ਉਹਦਾ ਜੀਵਨ ਜਿਹੜਾ ਉਹ ਵਿਅਰਥ ਹੀ ਜਾ ਰਿਹਾ। ਉਹ ਆਪਦੇ ਜੀਵਨ ਦਾ ਲਾਹਾ ਨਹੀਂ ਖੱਟ ਰਿਹਾ। ਉਹ ਇਸੋ ਜੀਵਨ ਦੀ ਬਾਜੀ ਨੂੰ ਹਾਰ ਕੇ ਜਾਂਦੇ। ਵੀ ਜਿਹੜਾ ਸਾਨੂੰ ਇਹ ਸਵਾਸਾਂ ਦਾ ਧਨ ਦੇ ਕੇ ਭੇਜਦੇ ਮਾਲਕ ਦੇ ਰਹੇ, ਹੁਣ ਇਹ ਸਵਾਸ ਨੇ ਜਿਹੜੇ ਮਾਨਕ ਮੋਤੀ ਹੀਰੇ ਜਵਾਹਰਾਤ, ਇਸ ਲੋਕ ਦੇ ਵਿੱਚ ਇਹਨਾਂ ਦੀ ਕੋਈ ਕੀਮਤ ਹੈ ਜਿਹੜੀ ਉਹ ਦਿੱਤੀ ਨਹੀਂ ਜਾ ਸਕਦੀ। ਅਸੀਂ ਸਾਰੇ ਸੰਸਾਰ ਦੀ ਧਨ ਦੌਲਤ ਇਕੱਠੀ ਕਰ ਲਈਏ ਤੇ ਆਖੀਏ ਵੀ ਇੱਕ ਸਵਾਸ ਦੇ ਦਿਓ, ਇਹ ਨਹੀਂ ਮਿਲਦਾ, ਕਿਉਂਕਿ ਇਹਦਾ ਕੋਈ ਮੁੱਲ ਨਹੀਂ, ਦਿੱਤਾ ਨਹੀਂ ਜਾ ਸਕਦਾ। ਔੜੇ ਜਿਹੜੇ ਸਵਾਸ ਇਹਨਾਂ ਨੂੰ ਮਹਾਰਾਜ ਰਤਨ ਕਹਿੰਦੇ। ਹੁਣ ਮਨਮੁਖ ਜੀਵ ਕੀ ਕਰਦਾ ਹੈ, ਉਹ ਰਤਨ ਸੁੱਟੀ ਜਾਂਦਾ ਤੇ ਜਿਹੜੀਆਂ ਕੌਡੀਆਂ ਉਹ ਕੌਡੀਆਂ ਇਕੱਠੀਆਂ ਕੀਤੀ ਜਾਂਦੀ। ਜਿਹੜੀਆਂ ਕੌਡੀਆਂ ਸਾਡੇ ਮਨ ਦੇ ਕਿਸੇ ਕੰਮ ਆਉਣ ਵਾਲੀਆਂ, ਜਿਵੇਂ ਕਿਸੇ ਜੀਵ ਕੋਲ ਹੀਰੇ ਹੋਣ ਮੋਤੀ ਹੋਣ, ਉਹ ਹੀਰਿਆਂ ਨੂੰ ਸੁੱਟੀ ਜਾਵੇ ਤੇ ਜਿਹੜੀਆਂ ਕੌਡੀਆਂ ਉਹ ਕੌਡੀਆਂ ਦੀਆਂ ਝੋਲੀਆਂ ਭਰੀ ਜਾਵੇ। ਤੇ ਉਹੀਓ ਹਾਲਤ ਜਿਹੜੇ ਸਾਧ ਸੰਗਤ ਤੋਂ ਬਿਨਾਂ ਸੰਸਾਰ ਦੇ ਵਿੱਚ ਜੀਵਨ ਸੀ।
ਮਹਾਰਾਜ ਕਹਿੰਦੇ ਵੀ ਜਿਹੜੇ ਪਰਮਾਤਮਾ ਨੂੰ ਛੱਡ ਕੇ ਆਨ ਕੰਮ ਕਰਨ ਲੱਗ ਗਏ, ਵਿਚਾਰਾਂ 'ਚ ਫੁਰਨਿਆਂ ਦੇ ਵਿੱਚ ਚਲੇ ਗਏ, ਤ੍ਰੈ ਗੁਣਾਂ ਦੇ ਵਿੱਚ, ਉਹਨਾਂ ਨੂੰ ਫਿਰ ਕਹਿੰਦੇ ਨੇ ਖਾਸਮ ਵਿਸਾਰ ਆਨ ਕੰਮ ਲਾਗੀ, ਔਡੀ ਬਦਲੇ ਰਤਨ ਤੇ ਆਗੇ। ਬਈ ਮਾਲਕ ਨੂੰ ਵਿਸਾਰ ਕੇ ਇਹ ਆਨ ਕੰਮ ਵਿਚਾਰਾਂ 'ਚ ਚਲੇ ਗਏ, ਕਿਸੇ ਦੀ ਨਿੰਦਿਆ ਸ਼ੁਰੂ ਕਰ ਦਿੱਤੀ, ਕਿਸੇ ਨਾਲ ਵੈਰ ਵਿਰੋਧ, ਈਰਖਾ, ਨਫ਼ਰਤ ਸ਼ੁਰੂ ਕਰ ਦਿੱਤੀ। ਇਹ ਸਭ ਆਨ ਕੰਮ ਨੇ। ਇਹ ਆਨ ਕੰਮ ਜਦੋਂ ਅਸੀਂ ਕਰਨ ਲੱਗ ਜਾਂਦੇ, ਫਿਰ ਜੀਵ ਸਿਮਰਨ ਤਾਂ ਕਰਦੇ ਨੇ, ਫਿਰ ਉਹੀਓ ਕਿਸੇ ਦੀ ਨਿੰਦਿਆ, ਕਿਸੇ ਦੀਆਂ ਚੁਗਲੀਆਂ, ਕਿਸੇ ਨਾਲ ਵੈਰ ਵਿਰੋਧ, ਈਰਖਾ, ਨਫ਼ਰਤ ਇਹੋ ਕਰੀ ਜਾਂਦਾ। ਫਿਰ ਉਦੋਂ ਕਹਿੰਦੇ ਵੀ ਇਹ ਅਵਰ ਕਾਜ ਦੇ ਵਿੱਚ ਚਲਾ ਗਿਆ, ਪਰਮਾਤਮਾ ਦਾ ਸਿਮਰਨ ਛੱਡ ਕੇ ਸਿਮਰਨ ਨਹੀਂ ਕਰਦਾ, ਇਹ ਅਵਰ ਕਾਜ ਕੀਤੀ ਜਾਂਦੀ। ਇਹ ਸਵਾਸ ਜਿਹੜੇ ਰਤਨ ਸੀ, ਇਹ ਰਤਨਾਂ ਨੂੰ ਸੁੱਟੀ ਜਾਂਦਾ ਅਤੇ ਕੌਡੀਆਂ ਇਕੱਠੀਆਂ ਕੀਤੀ ਜਾਂਦੇ, ਔਗਣ ਇਕੱਠੇ ਕੀਤੀ ਜਾਂਦੀ। ਇਸ ਵਾਸਤੇ ਫਿਰ ਜਦੋਂ ਮਨ ਇੱਥੇ ਆ ਕੇ ਸੌਂ ਜਾਂਦਾ, ਇਹ ਸੁੱਤੇ ਹੋਏ ਮਨ ਦੀ ਹਾਲਤ ਬਈ ਮਨ ਜਦੋਂ ਸੌਂ ਗਿਆ, ਇੱਧਰ ਆ ਕੇ ਜਿਹੜੇ ਤਾਂ ਉਹ ਗੁਣ ਸੀ ਮਾਲਕ ਦੇ, ਉਹ ਗੁਣ ਜਿਹੜੇ ਸੀ ਉਹ ਵਿਸਾਰ ਦਿੱਤੇ ਅਤੇ ਔਗਣਾਂ ਦੀ ਪੰਡ ਬੰਨ੍ਹ ਲੈਂਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਸੁੱਤੀ ਪਈਏ ਜਾਣ ਵਰਤੀ ਸਨ, ਗੁਣਾ ਗਵਾਈ ਗਠੜੀ ਔਗਣ ਚੱਲੀ ਬੰਨ। ਬਈ ਜਿਹੜੀ ਗੁਣਾਂ ਦੀ ਗਠੜੀ ਸੀ ਉਹ ਤਾਂ ਗਵਾ ਲਈ, ਗੁਣ ਤਾਂ ਗਵਾ ਲਏ, ਔਗਣਾਂ ਦੀ ਪੰਡ ਬੰਨ੍ਹ ਲਈ। ਇਕੱਠੇ ਕਰ ਕਰਕੇ ਔਗਣ, ਵੈਰ ਵਿਰੋਧ ਕਰ ਕਰਕੇ, ਨਿੰਦਾ ਕਰ ਕਰਕੇ, ਹੰਕਾਰ ਕਰ ਕਰਕੇ, ਉਹ ਸੀ ਜਿਹੜੀ ਮਹਾਰਾਜ ਕਹਿੰਦੇ ਬਈ ਔਗਣਾਂ ਦੀ ਪੰਡ ਬੰਨ੍ਹ ਲਈ। ਹੁਣ ਇਹਦੀ ਫਿਰ ਜਾ ਕੇ ਸਾਡੇ ਮਨ ਨੂੰ ਸਜ਼ਾ ਮਿਲਦੀ ਹੈ ਕਿ ਜਿਹੜਾ ਇਹ ਆਨ ਕੰਮ ਕਰਦਾ, ਅਵਰ ਕਾਜ ਕਰਦਾ, ਇਹਦੀ ਸਜ਼ਾ ਹੈ। ਇਸ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਇਹ ਅਵਰ ਕਾਜ ਨਾ ਕਰੋ, ਤੁਸੀਂ ਆਪਦਾ ਘਰ ਦਾ ਕੰਮ ਕਰੋ, ਤੁਸੀਂ ਘਰ ਦਾ ਕਾਰਜ ਕਰੋ। ਸਾਡੇ ਘਰ ਦਾ ਜਿਹੜਾ ਕਾਰਜ ਉਹ ਫਿਰ ਸਾਨੂੰ ਭੇਤ ਆਉਂਦਾ ਜਦੋਂ ਅਸੀਂ ਸਤ ਸੰਗਤ ਕਰਦੇ ਹਾਂ, ਜਦੋਂ ਅਸੀਂ ਗੁਰੂ ਦੀ ਮੱਤ ਲੈਂਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਵੀ ਅਸੀਂ ਕੀ ਕਰਨਾ। ਜਿਆਦਾ ਕਿ ਹੁਣ ਜੀਵ ਸਤ ਸੰਗਤ ਨਹੀਂ ਕਰਦਾ, ਉਹ ਆਪਦੇ ਘਰ ਦਾ ਕੰਮ ਨਹੀਂ ਕਰਦਾ, ਉਹ ਕਰਦਾ ਹੈ ਅਵਰ ਕਾਜ। ਇਹ ਅਵਰ ਕਾਜ ਦੀ ਹੀ ਸਾਡੇ ਮਨ 'ਤੇ ਮੈਲ ਲੱਗਦੀ, ਇਹ ਸਾਡੇ ਕਿਸੇ ਕੰਮ ਆਉਣ ਵਾਲੀ ਨਹੀਂ। ਮਹਾਰਾਜ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕੰਮ, ਬਈ ਇਹ ਜੋ ਤੂੰ ਅਵਰ ਕਾਜ ਕਰਦਾ ਹੈ ਤੇਰੇ ਕਿਸੇ ਕੰਮ ਆਉਣ ਵਾਲੀ ਨਹੀਂ। ਇਹਨਾਂ ਕਰਕੇ ਤੂੰ ਦੁਖੀ ਹੋਏਗਾ, ਤੂੰ ਸੁਖੀ ਨਹੀਂ ਹੋ ਸਕਦਾ। ਹੁਣ ਮਨਮੁਖ ਹੈ ਜਿਹੜਾ, ਉਹ ਦੁੱਖਾਂ ਦਾ ਖੇਤ ਹੈ, ਉਹ ਦੁੱਖ ਹੀ ਬੀਜੀ ਜਾਂਦਾ ਅਤੇ ਦੁੱਖ ਹੀ ਫਿਰ ਉਹਨੂੰ ਵੱਢਣਾ ਪੈਂਦਾ। ਜੋ ਬੀਜਾਂਗੇ ਉਹ ਸਾਨੂੰ ਵੱਢਣਾ ਪੈਣਾ। ਮਹਾਰਾਜ ਕਹਿੰਦੇ ਮਨਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜੇ ਦੁੱਖ ਖਾਏ। ਬਈ ਇਹ ਜਿਹੜਾ ਸਾਡਾ ਸਰੀਰ, ਇਹਨੂੰ ਖੇਤ ਕਹਿੰਦੇ, ਇਹ ਕਰਮਾਂ ਰੂਪੀ ਖੇਤ ਹੈ। ਜੋ ਅਸੀਂ ਇਹਦੇ 'ਚ ਬੀਜਦੇ ਹਾਂ ਉਹ ਸਾਨੂੰ ਵੱਢਣਾ ਪੈਂਦਾ। ਮਹਾਰਾਜ ਕਹਿੰਦੇ ਖੇਤ ਸਰੀਰ ਜੋ ਬੀਜਿਆ ਸੋ ਅੰਤ ਖੜਵਾਏ। ਬਈ ਜਿਹੜੀ ਚੀਜ਼ ਅਸੀਂ ਇਹਦੇ 'ਚ ਬੀਜੀ ਹੈ ਇਹ ਉਹੀਓ ਸਾਨੂੰ ਹੁਣ ਉਹਦਾ ਫਲ ਮਿਲਣਾ। ਜੇ ਹੁਣ ਅਸੀਂ ਜਿਵੇਂ ਬਾਹਰ ਜੋ ਚੀਜ਼ ਬੀਜਦੇ ਹਾਂ ਅਤੇ ਉਹਨੂੰ ਹੀ ਅਸੀਂ ਵੱਢਣਾ। ਹੁਣ ਮਹਾਰਾਜ ਕਹਿੰਦੇ ਵੀ ਜੀਵ ਬੀਜੇ ਬਿੱਖ
ਜ਼ਹਿਰ ਤੇ ਮੰਗੇ ਅੰਮ੍ਰਿਤ, ਵੀ ਮੈਨੂੰ ਅੰਮ੍ਰਿਤ ਮਿਲੇ, ਤੇ ਇਹ ਤਾਂ ਹੋਣਾ ਨਹੀਂ। ਸਤਿਗੁਰੂ ਕਹਿੰਦੇ ਬੀਜੇ ਬਿਖ ਮੰਗੇ ਅੰਮ੍ਰਿਤ, ਵੇਖੋ ਇਹੋ ਨਿਆ। ਵੀ ਇਹ ਕਿੱਦਾਂ ਦਾ ਨਿਆ ਹੋਇਆ ਵੀ ਜੋ ਬੀਜਿਆ ਉਹ ਮਿਲਣਾ। ਜਿਵੇਂ ਹੁਣ ਸਾਰੀ ਉਮਰ ਤਾਂ ਜੀਵ ਨੇ ਇੱਧਰ ਸਤ ਸੰਗਤ ਨਹੀਂ ਕੀਤੀ, ਸਿਮਰਨ ਨਹੀਂ ਕੀਤਾ, ਗਿਆਨ ਨਹੀਂ ਲਿਆ ਆਪਣੇ ਘਰ ਦਾ। ਹੁਣ ਜਦੋਂ ਦੇਹ ਛੱਡਦਾ ਤੇ ਫਿਰ ਆਖੇ ਵੀ ਇਹਨੂੰ ਜੀ ਆਪਦੇ ਚਰਨਾਂ 'ਚ ਥਾਂ ਦਿਓ, ਮਾਲਕ ਨੂੰ ਆਖੀ ਇਹਨੂੰ ਦਰਗਾਹ ਦੇ ਵਿੱਚ ਥਾਂ ਦੇ ਦਿਓ ਜੀ। ਹੁਣ ਉਹਨੂੰ ਦਰਗਾਹ ਦੇ ਵਿੱਚ ਕਿਵੇਂ ਥਾਂ ਮਿਲੇਗੀ, ਕਿਵੇਂ ਉਹਨੂੰ ਚਰਨਾਂ 'ਚ ਨਿਵਾਸ ਮਿਲੇਗਾ? ਜਦੋਂ ਜਿਉਂਦੇ ਜੀ ਨਹੀਂ ਦਰਗਾਹ ਦੇ ਵਿੱਚ ਗਿਆ, ਜਦੋਂ ਜਿਉਂਦੇ ਜੀ ਪਰਮਾਤਮਾ ਦੇ ਚਰਨਾਂ ਦੇ ਨਾਲ ਨਹੀਂ ਜੁੜਿਆ, ਜਦੋਂ ਜੁੜ ਸਕਦਾ ਸੀ ਉਦੋਂ ਤਾਂ ਸਮਾਂ ਅਵਰਕਾਸ਼ 'ਚ ਨਿਗਾਤ, ਜਦੋਂ ਦਰਗਾਹ ਦੇ ਵਿੱਚ ਆਉਣ ਜਾਣ ਬਣਾ ਸਕਦਾ ਸੀ ਉਦੋਂ ਤਾਂ ਉਹਨੇ ਭੇਤ ਨਾ ਲਿਆ, ਉਦੋਂ ਤਾਂ ਸਤ ਸੰਗਤ ਨਾ ਕੀਤੀ। ਅਤੇ ਬਾਅਦ 'ਚ ਆ ਕੇ ਵੀ ਇਹਨੂੰ ਚਰਨਾਂ 'ਚ ਥਾਂ ਦਿਓ ਜੀ, ਅਤੇ ਇੱਦਾਂ ਕਿਸੇ ਨੂੰ ਚਰਨਾਂ 'ਚ ਥਾਂ ਨਹੀਂ ਮਿਲਦੀ। ਜਿਵੇਂ ਹੁਣ ਸਾਨੂੰ ਮਾਲਕ ਰੋਜ਼ ਬੁਲਾਉਂਦੇ ਘਰ ਵੀ ਤੁਸੀਂ ਘਰ ਆ ਜਾਓ, ਮਨਮੁਖ ਜੀਵ ਹੈ ਜਿਹੜਾ ਉਹ ਘਰ ਜਾਂਦਾ ਹੀ ਨਹੀਂ, ਉਹ ਪਰਮਾਤਮਾ ਦੀ ਆਵਾਜ਼ ਨੂੰ ਸੁਣਦਾ ਹੀ ਨਹੀਂ, ਦਰ ਦੇ ਅੱਗੋਂ ਦੀ ਲੰਘ ਜਾਂਦਾ। ਮਹਿਲ ਦੇ ਵਿੱਚ ਮਾਲਕ ਬੈਠੇ ਉਹ ਆਵਾਜ਼ ਦਿੰਦੇ, ਦੇਖਦੇ ਵੀ ਬੱਚਾ ਦੁਖੀ ਹੋ ਰਿਹਾ ਬਈ ਪਰਦੇਸ ਗਿਆ ਹੈ, ਉੱਥੇ ਜਾ ਕੇ ਦੁਖੀ ਹੋ ਗਏ, ਦੁੱਖ ਭੋਗਦਾ ਫਿਰ। ਹੁਣ ਮਨ ਜਦੋਂ ਦੁਖੀ ਹੋਇਆ ਮਹਿਲ ਦੇ ਅੱਗੋਂ ਦੀ ਲੰਘਦਾ ਅਤੇ ਮਾਲਕ ਦੇਖਦੇ ਵੀ ਆ ਰਹੇ, ਉਹ ਦਰ ਖੋਲ੍ਹ ਦਿੰਦੇ, ਦਰ ਖੋਲ੍ਹ ਕੇ ਆਵਾਜ਼ ਦਿੰਦੀ ਵੀ ਤੁਸੀਂ ਪਰਦੇਸ ਗਏ ਹੋ, ਤੁਸੀਂ ਪਰਦੇਸੀ ਹੋ, ਘਰ ਵਾਪਸ ਆ ਜਾਓ, ਘਰ ਆ ਕੇ ਸੁੱਖ ਲਓ। ਮਹਾਰਾਜ ਨੇ ਦਰ ਖੋਲ੍ਹੇ ਅਤੇ ਆਵਾਜ਼ ਦਿੱਤੀ, ਕੀ ਕਹਿੰਦੇ ਸਤਿਗੁਰੂ? ਮਨ ਪਰਦੇਸੀ ਵੇ ਪਿਆਰੇ, ਆਓ ਘਰੇ, ਘਰੇ ਅੱਜ। ਹੁਣ ਮਨ ਮਹਿਲ ਦੇ ਅੱਗੋਂ ਦੀ ਟੱਪ ਗਿਆ, ਦੂਜੇ ਪਾਸੇ ਚਲਾ ਗਿਆ, ਉਹ ਮਾਲਕ ਵੀਰ ਦਰ ਬੰਦ ਕਰ ਲੈਂਦੀ। ਜਦੋਂ ਫਿਰ ਇਹ ਉੱਧਰੋਂ ਦੂਜੇ ਪਾਸੇ ਮੁੜਦਾ, ਫਿਰ ਦੁਖੀ ਹੋਇਆ ਮਾਲਕ ਫਿਰ ਵੀ ਦੇਖਦੇ ਵੀ ਫਿਰ ਆ ਰਹੇ ਆ, ਵੀ ਹੁਣ ਮਹਿਲ ਦੇ ਅੱਗੇ ਦੀ ਆਏਗਾ, ਵੀ ਇਹਨੂੰ ਦਰ ਖੋਲ੍ਹ ਦਿੰਦੇ ਵੀ ਸ਼ਾਇਦ ਅੰਦਰ ਹੀ ਅੱਜ। ਉਹ ਮਾਲਕ ਫਿਰ ਦਰ ਖੋਲ੍ਹਦੇ, ਦਰ ਖੋਲ੍ਹ ਕੇ ਫਿਰ ਆਵਾਜ਼ ਦਿੰਦੇ ਵੀ ਤੁਸੀਂ ਕਿਉਂ ਦੁਖੀ ਹੁੰਦੇ ਹੋ? ਤੁਸੀਂ ਥਿਰ ਘਰ ਆਵੋ, ਤੁਸੀਂ ਆ ਕੇ ਸੁੱਖ ਲਵੋ, ਆਨੰਦ ਲਵੋ, ਤੁਹਾਡੇ ਸਾਰੇ ਕਾਰਜ ਮੈਂ ਖੁਦ ਆਪ ਕਰ ਦਾਂਗਾ, ਤੁਸੀਂ ਦੁਖੀ ਨਾ ਹੋਵੋ। ਹੁਣ ਸੰਸਾਰੀ ਕੋਈ ਵੀ ਮਾਤਾ ਪਿਤਾ ਉਹ ਐਡਾ ਦਿਆਲੂ ਨਹੀਂ ਹੁੰਦਾ ਜਿਹੜਾ ਆਪਦੇ ਬੱਚੇ ਨੂੰ ਆਖੇ ਵੀ ਤੂੰ ਘਰੇ ਬੈਠਾ ਰਹੇ, ਤੇਰੇ ਸਾਰੇ ਕੰਮ ਮੈਂ ਆਪ ਹੀ ਕਰਿਆ ਹੁੰਦਾ। ਉਹ ਸਾਡਾ ਅਸਲ ਮਾਤਾ ਪਿਤਾ ਵਾਹਿਗੁਰੂ, ਉਹ ਸਾਡੇ ਮਨ ਨੂੰ ਕਹਿੰਦੇ ਵੀ ਤੂੰ ਘਰੇ ਬੈਠ, ਤੇਰੇ ਸਾਰੇ ਕਾਰਜ ਮੈਂ ਆਪ ਕਰ, ਤੂੰ ਸੁੱਖ ਲੈ, ਬਸ ਘਰ ਦੇ ਵਿੱਚ ਬੈਠ ਕੇ ਆਨੰਦ ਲੈ। ਅਤੇ ਮਾਲਕ ਜਦੋਂ ਦਰ ਖੋਲ੍ਹਦੇ ਫਿਰ ਆਵਾਜ਼ ਦਿੰਦੇ, ਸਤਿਗੁਰੂ ਕਹਿੰਦੇ ਵੀ ਕੀ ਕਹਿੰਦੇ? ਫਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਰਜ ਸਵਾਰੀ। ਵੀ ਤੇਰੇ ਸਤਿਗੁਰੂ ਸਾਰੇ ਕਾਰਜ ਵੀ ਸਵਾਰ ਦੇਗਾ, ਤੂੰ ਫਿਰ ਘਰ 'ਚ ਬੈਠ ਆਨੰਦ ਲੈ। ਹੁਣ ਮਾਲਕ ਨੇ ਦਰ ਖੋਲ੍ਹਿਆ ਅਤੇ ਮਨਮੁਖ ਦਰ ਦੇ ਅੱਗੋਂ ਦੀ ਫਿਰ ਦੂਜੇ ਪਾਸੇ ਚਲਾ ਜਾਂਦਾ। ਇਹ ਹਾਲਤ ਫਿਰ ਮਨ ਦੀ ਹੋ ਗਈ, ਕਦੇ ਸੱਜੇ ਕਦੇ ਖੱਬੇ ਟੱਪ ਜਾਂਦਾ, ਦਰ ਦੇ ਅੱਗੋਂ ਦੀ ਮਹਿਲ ਦੇ ਵਿੱਚ ਜਾਂਦਾ ਨਹੀਂ, ਅੰਦਰ ਨਹੀਂ ਜਾਂਦਾ। ਜਦੋਂ ਘਰੇ ਨਹੀਂ ਜਾਂਦਾ, ਮਾਲਕ ਦੀ ਆਵਾਜ਼ ਨਹੀਂ ਸੁਣਦਾ, ਫਿਰ ਉਦੋਂ ਗੁਰਬਾਣੀ 'ਚ ਕਹਿੰਦੇ ਵੀ ਬਹੁਤਾ ਹੀ ਮਨਮੁਖ ਹੋ ਗਈ, ਬਈ ਮਨਮੁਖ ਹੋ ਗਿਆ ਅਤੇ ਹੰਕਾਰੀ ਹੋ ਗਿਆ, ਵੀ ਇੰਨਾ ਹੰਕਾਰੀ ਹੋ ਗਿਆ ਮਾਲਕ ਦੀ ਆਵਾਜ਼ ਹੀ ਨਹੀਂ ਸੁਣਦਾ।
माँ प्यो का भी नहीं कहना मनता भी इनू हुण नित बुलाने आ, रोज़ मालक दर खोलदा, रोज़ ही साडी अवस्था बनती। दिन दे विच कई बार उस दर खोल दिंदा भी बच्चा घर आ जी, भी एवें दुखी ना हो। पर वो मनमुख नूं दर ही भुल गया, दरवाजे ही भुल गया। वो दरवाजे के अगों भी टप जांदा, घरे जांदा ही नहीं महल च। जदों नहीं जांदा फिर इनू कहिंदे मनमुख है तो हंकारी है। हुण इनू सदा बुलाउने आ भी घर आ जा, हुण आउंदा नहीं। जदों इहदा समा खत्म हो गया फिर इनू बाद चों आखण भी इनू दरगाह च थां दिओ जी, इनू चरनां च थां दिओ, फिर इनू किवें थां मिलेगी। जिवें हुण जीव जद तक तां जीवां कोल समा है, आपां उन्हां नूं आखीए भी सिमरन कर लो, वो कहिंदे साडे कोल टाइम नहीं। आपां उन्हां नूं आखीए भी संगत दे विच चलीए आओ, ते वो कहिंदे समा ही नहीं। हुण जिउंदे जी संगत च नहीं आउंदा, जिउंदे जी सिमरन नहीं करदा, जिउंदे जी आपदे घर नहीं जांदा, ते फिर उन्हूं किवें दरगाह च थां मिलेगी। इस वास्ते च फिर महाराज कहिंदे गुरबाणी च मनमुख हंकारी मैल न जाने, खैन आगे खैन पीछे, सदा बुलाइए महल ना आवे, क्यों कर दरगे सीजे। बई हुण इनू सदा बुलाउने आ बई महल च आ जा, हुण आउंदा ही नहीं। तो फिर आके मैनूं दरगाह च थां दे, उन्हूं दरगाह च किवें थां मिलेगी। सो इस वास्ते फिर दरगाह दे विच थां कोई ये नहीं भी सानूं मरण तो बाद मिलती, बई असीं देह छड्डांगे तो साडे मगरों बेनतियां अरदासां होण भी इन्हां नूं दरगाह च थां दिओ जी। किसी की सिफारिश ते दरगाह च थां नहीं मिलती, गल्लां बातां नाल दरगाह च थां नहीं मिलती। दरगाह दे विच थां लैण वास्ते सानूं जिउंदे जी दरगाह दे विच आउण जाण बनाउणा पैंदा। जे असीं परमात्मा दे चरनां दे विच समाउणा चाहुंदे हां तो सानूं जिउंदे जी चरनां दे नाल जुड़ना पएगा। सानूं जिउंदे जी चरनां दी आराधना करनी पएगी। जिउंदे जी असीं मालक दे चरनां दे नाल प्रीत पावांगे तो फिर ही सानूं चरनां च थां मिलेगी। हुण जिउंदे जी दा जीव नूं चरनां दा पता कोई नहीं जी, भी वो चरण कित्थे ने। जिउंदे जी दा दरगाह दा भेद कोई नहीं भी वो दरगाह है कित्थे। तो जिन्हों जीव अरदासां करदे भी उन्हूं चरनां च थां दिओ, उन्हूं दरगाह च थां दिओ। तो महाराज कहिंदे उन्हूं तां दरगाह दा पता भी नहीं, भी जिन्हों तुसीं कहंदे हो दरगाह च थां दिओ, बई दरगाह है कित्थे। जिन्हों तुसीं कहंदे हो भी चरनां च थां दिओ, उन्हूं तां चरनां दा भी नहीं पता भी चरण है कित्थे ने, किहड़े चरण ने। सो इस वास्ते फिर आपां नूं कहिंदे भी जे तुसीं दरगाह च थां लैणी है तो जिउंदे जी लओ। जे तुसीं चरनां च समाउणा मालक दे ते जिउंदे जी चरनां दे नाल जुड़ो। हुण आपां नूं जिउंदे जी दरगाह च थां मिल जांदी जदों अपनी गुरु की मत द्वारा ये अवस्था बन जाती साडे मन की बई आपां इन्हां नेत्रां द्वारा सतगुर नूं देखदे हां, देख देख के सतगुरां दी सेवा करदे हां। नदरां द्वारा, ਕੰਨਾਂ द्वारा ਆਪਾਂ मालक की आवाज़ ਨੂੰ ਸੁਣਦੇ ਹਾਂ, नाम ਨੂੰ अंतरगत शब्द की आराधना करते हैं। मुख द्वारा ਆਪਾਂ मालक के गुण गाउने ते सानूं जिउंदे जी दरगाह दे विच थां है। महाराज कहंदे अवस्था होवे अंतर गुर आराधना, जेबा जप गुर नाओ, नेतरी सतगुर पेखना, सरवणी सुनना गुर नाओ, सतगुर सेती रत्तियां दरगे पाइए ठाओ। भी सानूं जिउंदे जी दरगाह च थां है। जे साडी ये अवस्था होएगी फिर सानूं किसी की सिफारिश की लोड़ नहीं। भी सानूं मरण तो मगरों सानूं कोई आखे भी इहनूं दरगाह च थां दिओ जी, इहनूं चरनां च निवास दिओ। चरनां च निवास नाल ये थोड़ी भी सानूं
ਇੰਨੇ ਦਿਨਾਂ ਬਾਅਦ ਮਿਲਣਾ, ਉਹ ਤਾਂ ਨਾਲ ਦੀ ਨਾਲ ਹੀ ਹੋ ਜਾਂਦਾ। ਜ਼ਿਆਦਾ ਅਸੀਂ ਮਾਲਕ ਦੇ ਚਰਨਾਂ ਦੇ ਵਿੱਚ ਸਮਾ ਜਾਈਏ, ਪਰਮਾਤਮਾ 'ਚ ਲੀਨ ਹੋ ਜਾਈਏ, ਨਹੀਂ ਤਾਂ ਸਾਨੂੰ ਨਾਲ ਹੀ ਸਜ਼ਾ ਦੇ ਕੇ ਦੂਸਰੇ ਆਕਾਰ ਦੇ ਵਿੱਚ ਪਾ ਦਿੰਦੇ। ਉਹ 'ਚ ਇਹ ਥੋੜ੍ਹੀ ਵੀ ਇੰਨੇ ਦਿਨ ਬਿਠਾ ਕੇ ਰੱਖਦੇ ਵੀ ਤੇਰੀ ਅਰਦਾਸ ਹੋ, ਬੇਨਤੀ ਹੋ ਅਤੇ ਫਿਰ ਤੇਰਾ ਫੈਸਲਾ ਕਰਾਂਗੇ। ਉਹਦਾ ਨਾਲ ਦੀ ਨਾਲ ਹੀ ਦੋ ਹੀ ਰਾਹ ਲੈਬ 'ਤੇ ਧਾਰਦਾ, ਜ਼ਿਆਦਾ ਮਾਲਕ ਦੇ ਵਿੱਚ ਸਮਾ ਜਾਓ, ਲੀਨ ਹੋ ਜਾਓ, ਅਤੇ ਜਾਂ ਅੱਗੇ ਹੋਰ ਆਕਾਰ ਦੇ ਵਿੱਚ ਚਲੇ ਜਾਓ। ਵਿਹਲਾ ਤਾਂ ਕਿਸੇ ਨੂੰ ਬਿਠਾਉਂਦੇ ਹੀ ਨਹੀਂ, ਐਸੀ ਤਾਂ ਕੋਈ ਥਾਂ ਹੈ ਹੀ ਨਹੀਂ ਵੀ ਜਿੱਥੇ ਬਿਠਾਉਣ ਵੀ ਜਦੋਂ ਤੇਰਾ ਰੁਕ ਕੇ ਫੈਸਲਾ ਕਰਾਂਗੇ, ਹਜੇ ਇੰਨੇ ਦਿਨ ਰੁਕ ਜਾ। ਨਾਲ ਦੀ ਨਾਲ ਹੀ ਤਾਈਆਂ ਮਾਰੇ ਕਹਿੰਦੇ ਲੈਬ ਧਾਤ ਦੋਇ ਰਾਹੂ ਹੈ ਹੁਕਮੀ ਕਾਰ ਕਮਾਈ। ਇਹ ਦੋ ਹੀ ਰਾਹ ਨੇ, ਲੈਬ ਅਤੇ ਧਾਤ ਦਾ। ਲੈਬ ਦਾ ਰਸਤਾ ਗੁਰਮੁਖਾਂ ਦਾ, ਮਾਲਕ ਨੂੰ ਮਿਲਾਪ ਦਾ ਰਸਤਾ। ਜਦੋਂ ਗੁਰਮੁਖ ਦੇ ਛੱਡਦੇ, ਉਹ ਸਿੱਧਾ ਹੀ ਮਾਲਕ ਦੇ ਵਿੱਚ ਲੀਨ ਹੋ ਜਾਂਦੇ, ਉਹਨਾਂ ਦੀ ਜੋਤ ਦੇ ਵਿੱਚ ਜੋਤ ਮਿਲ ਜਾਂਦੀ। ਮਾਰੇ ਫਰਮਾਉਂਦੇ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਬਈ ਜੋਤ ਦੇ ਵਿੱਚ ਜੋਤ ਰਲ ਗਈ ਅਤੇ ਉਹਨਾਂ ਦਾ ਜਿਹੜਾ ਕਾਰਜ ਉਹ ਸੰਪੂਰਨ ਹੋ ਗਿਆ, ਪੂਰੇ ਹੋ ਗਏ, ਪੂਰੇ ਨੂੰ ਮਿਲ ਕੇ ਉਹਦੇ 'ਚ ਸਮਾ ਕੇ ਪੂਰੇ ਹੋ ਗਏ। ਹੁਣ ਜੇ ਅਸੀਂ ਚਰਨਾਂ ਦੇ ਨਾਲ ਜੁੜੇ ਨਹੀਂ, ਮਾਲਕ ਦੇ ਸਨਮੁਖ ਨਹੀਂ, ਅਤੇ ਜਦੋਂ ਦੇ ਛੱਡਾਂਗੇ ਉਹ ਫਿਰ ਦੂਸਰਾ ਕਰ ਦੇ ਦਿੰਦੇ। ਮਨ ਉਹੀ ਰਹਿੰਦਾ, ਜੋਤ ਉਹੀ ਰਹਿੰਦੀ, ਉਹ ਕੱਪੜਾ ਹੋਰ ਦੇ ਦਿੰਦੇ, ਆਕਾਰ ਹੋਰ ਦੇ ਦਿੰਦੇ। ਮਾਰੇ ਫਰਮਾਉਂਦੇ ਜੋ ਤੂੰ ਹਾਂ ਜੋਗਤ ਸਹਿਸੇ ਕਾਇਆ ਫਿਰ ਪਲਟੀਏ। ਬਈ ਜੋਤ ਉਹੀ ਰਹਿੰਦੀ, ਮਨ ਉਹੀ ਰਹਿੰਦਾ, ਕਾਇਆ ਪਲਟ ਜਾਂਦੀ, ਆਕਾਰ ਕੱਪੜਾ ਹੋਰ ਚੜ੍ਹਾ ਦਿੰਦੇ ਉੱਚੀ। ਸੋ ਇਸ ਵਾਸਤੇ ਹੁਣ ਆਪਾਂ ਨੂੰ ਮਾਰੇ ਦੱਸਦੇ ਵੀ ਇਹ ਹੁਣ ਅਸੀਂ ਜਿਉਂਦੇ ਜੀ ਕਰਨਾ, ਅਸੀਂ ਜਿਉਂਦੇ ਜੀ ਮੁਕਤ ਹੋਣਾ, ਜਿਉਂਦੇ ਜੀ ਪਰਮਾਤਮਾ ਨੂੰ ਮਿਲਣਾ। ਜਿਹੜੇ ਜਿਉਂਦੇ ਜੀ ਜੀਵ ਮੁਕਤ ਨਹੀਂ ਹੋਏ, ਉਹ ਮਰਨ ਤੋਂ ਬਾਅਦ ਮੁਕਤ ਨਹੀਂ ਹੋ ਸਕਦੇ। ਮਾਰੇ ਫਰਮਾਉਂਦੇ ਬੇਣੀ ਕਹੇ ਸੁਨੋਰੇ ਭਗਤੋ ਮਰਨ ਮੁਕਤ ਕਿਨ ਪਾਈ। ਬਈ ਮਰਨ ਤੋਂ ਬਾਅਦ ਵੀ ਕੋਈ ਮੁਕਤ ਹੋਇਆ, ਜਿਹਨੇ ਜਿਉਂਦੇ ਜੀ ਨਹੀਂ ਮੁਕਤੀ ਪ੍ਰਾਪਤ ਕੀਤੀ, ਜਿਉਂਦੇ ਜੀ ਮੁਕਤ ਨਹੀਂ ਹੋਇਆ, ਉਹ ਮਰਨ ਤੋਂ ਬਾਅਦ ਮੁਕਤ ਨਹੀਂ ਹੋ ਸਕਦਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਅਸੀਂ ਜਿਉਂਦੇ ਜੀ ਉੱਥੇ ਪਹੁੰਚਣਾ ਜਿੱਥੇ ਅਸੀਂ ਮਰਨ ਤੋਂ ਬਾਅਦ ਜਾਣਾ, ਦਰਗਾਹ ਦੇ ਵਿੱਚ ਜਿੱਥੇ ਅਸੀਂ ਮਰ ਕੇ ਜਾਣਾ, ਜਿੱਥੇ ਸਾਡੇ ਕਰਮਾਂ ਦਾ ਫੈਸਲਾ ਹੋਣਾ ਸੱਚੇ ਦਰਬਾਰ ਦੇ ਵਿੱਚ, ਉੱਥੇ ਅਸੀਂ ਜਿਉਂਦੇ ਜੀ ਪਹਿਲਾਂ ਪਹੁੰਚਣਾ। ਅਤੇ ਜੇ ਅਸੀਂ ਭੁੱਲ ਗਏ ਹਾਂ ਵੀ ਸਾਨੂੰ ਨਹੀਂ ਪਤਾ ਅਸੀਂ ਕਿੱਥੇ ਜਾਣਾ ਮਰਨ ਤੋਂ ਮਗਰੋਂ, ਕਿਹੜੇ ਰਾਹ ਜਾਣਾ, ਅਤੇ ਉਹ ਮਾਰੇ ਹੀ ਕਹਿੰਦੇ ਵੀ ਹੁਣ ਤੁਸੀਂ ਸਤਿਗੁਰ ਤੋਂ ਪੁੱਛ ਲਓ, ਗੁਰੂ ਤੋਂ ਪੁੱਛ ਲਓ। ਬਈ ਸਾਨੂੰ ਨਹੀਂ ਪਤਾ ਅਸੀਂ ਗਾਂਹ ਜਾਣਾ ਕਿੱਥੇ, ਅਤੇ ਸਾਨੂੰ ਦੱਸ ਦਿਓ ਵੀ ਅਸੀਂ ਕਿਵੇਂ ਜਾਣਾ ਤਾਂ ਕਿ ਅਸੀਂ ਪਹਿਲਾਂ ਹੀ ਜਾਏ। ਮਾਰੇ ਫਰਮਾਉਂਦੇ ਅੰਤਰ ਕੀ ਗਤ ਜਾਣੀਏ ਗੁਰ ਮਿਲਿਆ ਸ਼ੰਕ ਅਤਾਰ। ਮੋਇਆਂ ਜਿਤ ਘਰ ਜਾਈਏ ਤਿਤ ਜੀਵਤ ਅਮਰ ਮਾਰ। ਬਈ ਗੁਰੂ ਨੂੰ ਮਿਲ ਕੇ ਜੇ ਕੋਈ ਮਨ ਦਾ ਸ਼ੰਕਾ ਹੈ ਅਤੇ ਉਹ ਸ਼ੰਕਾ ਨਿਵਰਤ ਕਰੋ। ਬਈ ਮਨ ਦੇ ਵਿੱਚ ਕੋਈ ਸ਼ੰਕਾ ਨਾ ਰੱਖੋ। ਜੇ ਅਸੀਂ ਸ਼ੰਕਾ ਰੱਖਾਂਗੇ ਤਾਂ ਉਹ ਸ਼ੰਕਾ ਸਾਨੂੰ ਅੱਗੇ ਚੱਲਣ ਨਹੀਂ ਦੇਗੀ। ਹੁਣ ਅਸੀਂ ਸ਼ੰਕਾ ਨਿਵਰਤ ਕਰਨਾ ਅਤੇ ਜਿਉਂਦੇ ਜੀ ਮਰਨਾ। ਮਰ ਕੇ ਅਸੀਂ ਦਰਗਾਹ ਦੇ ਵਿੱਚ ਆਉਣ ਜਾਣ ਬਣਾਉਣਾ। ਹੁਣ ਇੱਕ ਤਾਂ ਹੁੰਦਾ ਹੈ ਜਿਵੇਂ ਸੰਸਾਰ ਦੀ ਮੌਤ, ਸੰਸਾਰ 'ਚ ਜੀਵ ਮਰਦੇ, ਮਾਰੇ ਕਹਿੰਦੇ ਵੀ ਇਹ ਮਰਦੇ ਪਰ ਇਹਨਾਂ ਨੂੰ ਮਰਨਾ ਆਉਂਦਾ ਨਹੀਂ। ਵੀ ਇੱਕ ਐਸੀ ਵੀ ਮੌਤ ਹੈ ਜੇ ਅਸੀਂ ਮਰ ਜਾਈਏ ਗੁਰੂ ਦੀ ਮੱਤ ਦੁਆਰਾ ਅਤੇ ਦੁਬਾਰਾ ਸਾਡੀ ਵਾਰ-ਵਾਰ ਮੌਤ ਨਹੀਂ ਹੁੰਦੀ, ਫਿਰ ਅਸੀਂ ਮੁੜ ਕੇ ਦੁਬਾਰਾ ਨਹੀਂ ਮਰਦੇ।
मारे फरमाउंदे कबीर मरता मरता जग मुआ मर भी न जाने कोई। ऐसी मरनी जो मरे बौर न मरना होई। भी एक ऐसी भी मौत है जे असी मर जाइए तो बौर साडा दोबारा मर नहीं हुंदा, बार बार असी जमदे मरदे नहीं, फिर सदा वास्ते असी अमर हो जाते साडा मन। सो इस वास्ते फिर आपां नूं कहंदे भी तुसीं सिखो, जिउंदे जी मरना सिखो। जे भुल गए हैं तो सिख लो। सिखो शब्द प्यारे हो जन्म मरण की टेक, मुख उजल सदा सुखी नानक सिमरत एक। बई जे असी भुल गए हाँ तो सिखो, तो जदों असी सिख लांगे साडा मुख उजल हो जाना सच्चे दरबार दे विच। आवा जिउंदे जी उत्थे पहुँच जाना जिथे साडा मरण तो बाद फैसला हुंदा। भाइयों भगतां ने आखिया मालक नूं भी साडी बेनती है भी तुसीं जमा दे हत्थ खबर ना घलिओ भी असी आपदे आप ही आ जाएंगे, क्योंकि उन्होंने आउण जाण बनाया। कहत कबीर एक बिनती सुनियो मत घालो जम की खबरी। बई जमा दे हत्थ खबर ना घलिओ, सानू अपने आप ही बुला लिओ, असी आ जाएंगे। क्योंकि उन्होंने आउण जाण बनाया भगतां नूं। तो कहते जो तुम बुलाओगे असी आपदे आप ही आ जाएंगे, क्योंकि उन्होंने देखा रोज़ की रोज़ आउण जाण बनाया होया, जाते रोज़ आउंदे वापस। गुरमुखां वास्ते एक खेल, उन्हों का जोड़ा भरम जन्म मरण का यह खत्म हो जाता। उन्होंने पता लग जाता भी असी हुण मरण वाले नहीं, ना असी जन्मांगे ना मरांगे। महाराज कहते जन्म मरण का भरम गया गोबिंद लिव लागी, जीवत सुन समानिया गुर साखी जागी। बई जिउंदे जी ही गुरमुख उत्थे चले गए, सुन दे विच समा गए, घर चले गए, तो उन्हों का जोड़ा भरम से जन्म मौत का खत्म हो गया। इस वास्ते फिर आवां नूं कहंदे भी उन्होंने वास्ते एक खेल है, आउणा ते जाना। आवन जावन एक खेल बनाया, आग्याकारी कीनी माया। भी उन्होंने गुरमुखां वास्ते एक खेल, सवेरे आउंदे खेले तो वापस आपदे घर नूं चले गए मुड़ के। उन्होंने वास्ते रोज़ की रोज़ का खेल, आना हुक्म दे विच चलना, खेलना तो वापस आपदे घर नूं मुड़ जाना। वो फिर गुरमुख जिउंदे जी मुक्त, जिन्हां ने जिउंदे जी मरना सिख लिया, उसनूं फिर महाराज कहंदे जीवन मुक्त सो आखिए मर जीवे मरीए। बई वो जिउंदे जी जीवन मुक्त ने, जिन्हां ने जिउंदे जी मरना सिख लिया, जिन्हां ने आपदे घर दे विच आउण जाण बना लिया, वो मुक्त ने। इसलिए कहंदे भी जिहड़े गुरमुख भगत वो मर जी बड़े, जिउंदे जी उन्होंने मरना सीखिया, मर गए। तो मरण तो बाद मालक ने उन्होंने फिर जिउंदे कर दिता। जदों हुण असी शब्द दोबारा मर जाने तो मालक कोल बूटी वो सानू देंदे ते सदा वास्ते सानू जिउंदे कर देंदे, सदा वास्ते सानू अमर कर देंदे। उन्हां दे कोल अमृत, वो अमृत साडे मुख दे विच पाउंदे ते सदा वास्ते अमर कर देंदे भी हुण दोबारा तुहाडा मरण नहीं होएगा। मारे फरमाउंदे हर अमृत रस पाया, मोया जिवाया फिर बौड़ मरण ना हुई।
ਵੀ ਹੁਣ ਦੁਬਾਰਾ ਤੁਹਾਡਾ ਮਰਨ ਨਹੀਂ ਹੋਏਗਾ। ਸਦਾ ਵਾਸਤੇ ਉਹਨਾਂ ਨੇ ਮੁੱਖ 'ਚ ਅੰਮ੍ਰਿਤ ਪਾ ਕੇ ਸਦਾ ਲਈ ਜਿਉਂਦੇ ਕਰ ਦਿੱਤਾ। ਸਦਾ ਵਾਸਤੇ ਉਹਨਾਂ ਨੇ ਅਮਰ ਕਰ ਦਿੱਤਾ। ਸੋ ਇਸ ਲਈ ਫਿਰ ਮਹਾਰਾਜ ਕਹਿੰਦੇ ਵੀ ਜਿਹੜੇ ਗੁਰਮੁਖ ਅੰਮ੍ਰਿਤ ਪੀਂਦੇ ਉਹ ਅਮਰ ਹੋ ਜਾਂਦੇ। ਅੰਮ੍ਰਿਤ ਪੀਵੇ ਅੰਮ੍ਰਿਤ ਹੋਵੇ। ਵੀ ਜਦੋਂ ਅਸੀਂ ਅੰਮ੍ਰਿਤ ਪੀਵਾਂਗੇ ਸਾਡੇ ਮਨ ਦੀ ਖੁਰਾਕ ਹੈ ਅਤੇ ਅਸੀਂ ਸਦਾ ਵਾਸਤੇ ਅਮਰ ਹੋ ਜਾਵਾਂਗੇ। ਸਾਡਾ ਜਨਮ ਮਰਨ ਖਤਮ ਹੋ ਜਾਏ। ਹੁਣ ਉਹ ਜਿਹੜਾ ਅੰਮ੍ਰਿਤ ਸਾਡੇ ਮੁੱਖ 'ਚ ਸਤਿਗੁਰੂ ਪਾਉਂਦੇ, ਉਹ ਪਾਉਂਦੇ ਜਦੋਂ ਅਸੀਂ ਘਰ ਜਾਂਦੇ। ਜਦੋਂ ਅਸੀਂ ਆਪਣੇ ਘਰ ਜਾਵਾਂਗੇ ਉਹ ਘਰ ਗਿਆਨ ਦੇ ਸਾਡੇ ਮੁੱਖ ਦੇ ਵਿੱਚ ਉਹ ਅੰਮ੍ਰਿਤ ਪਾ ਦਿੰਦੇ। ਹੁਣ ਘਰ ਜਾਣ ਵਾਸਤੇ ਸਾਨੂੰ ਫਿਰ ਗੁਰੂ ਦੀ ਮੱਤ ਲੈਣੀ ਪੈਂਦੀ। ਆਪਦੀ ਮੱਤ ਦੁਆਰਾ ਘਰ ਨਹੀਂ ਜਾ ਸਕਦੇ। ਘਰ ਦਾ ਸਾਨੂੰ ਭੇਤ ਹੀ ਨਹੀਂ ਆਉਂਦਾ। ਜਿਵੇਂ ਮਹਾਰਾਜ ਕਹਿੰਦੇ ਵੀ ਜਿਹੜਾ ਮਨਮੁਖ ਜੀਵ ਹੈ ਉਹਦਾ ਜਿਹੜਾ ਜੀਵਨ ਉਹ ਸੁੱਕੇ ਹੋਏ ਦਰਖਤ ਵਰਗਾ। ਜਿਵੇਂ ਦਰਖਤ ਉੱਗਿਆ ਅਤੇ ਮੁੜ ਕੇ ਸੁੱਕ ਗਿਆ। ਸੁੱਕੇ ਦਰਖਤ ਨੂੰ ਨਾ ਤਾਂ ਕੋਈ ਫਲ ਲੱਗਦਾ ਅਤੇ ਨਾ ਉਹਦੀ ਕੋਈ ਛਾਂ ਹੁੰਦੀ। ਹੁਣ ਉਹੀ ਹਾਲਤ ਮਨਮੁੱਖਾਂ ਦੀ। ਮਾਨਸ ਜਾਮਾ ਤਾਂ ਮਿਲੇ ਆ 84 ਲੱਖ ਜੂਨ ਤੋਂ ਉੱਤਮ, ਪਰ ਮਾਨਸ ਆਪਦੇ ਘਰ ਬਾਰ ਦਾ ਪਤਾ ਮਨਮੁੱਖ। ਮਹਾਰਾਜ ਕਹਿੰਦੇ ਮਨਮੁੱਖ ਵੀ ਸੁੱਕ ਗਏ। ਨਾ ਫਲ ਤਿੰਨਾਂ ਛਾਉ, ਤਿੰਨਾਂ ਬਾਸ ਨਾ ਬੈਸੀਏ, ਉਹਨਾਂ ਘਰ ਨਾ ਗਿਰਾਉ। ਫਿਰ ਉਹ ਜਿਹੜਾ ਸੁੱਕਾ ਹੋਇਆ ਦਰਖਤ ਉਹਨੂੰ ਕੀ ਕਰਦੇ, ਉਹਨੂੰ ਕੱਟਦੇ ਅਤੇ ਕੱਟ ਕੇ ਉਹ ਬਾਲਣ ਦੇ ਕੰਮ ਆਉਂਦਾ। ਉਹਨੂੰ ਫਿਰ ਅੱਗ ਦੇ ਚੁੱਲ੍ਹੇ ਦੇ ਵਿੱਚ ਡਾ ਦਿੰਦੇ। ਸੋ ਇਹੋ ਫਿਰ ਮਹਾਰਾਜ ਕਹਿੰਦੇ ਮਨਮੁੱਖ ਦੀ ਹਾਲਤ ਵੀ ਮਨਮੁੱਖ ਨੂੰ ਆਪਦੇ ਘਰ ਬਾਰ ਦਾ ਨਹੀਂ ਪਤਾ। ਜੇ ਅਸੀਂ ਉਹਦੇ ਕੋਲ ਬੈਠਾਂਗੇ ਵੀ ਉਹਨੇ ਕਿਹੜਾ ਆਪਦੇ ਘਰ ਦੀ ਗੱਲ ਕਰਨੀ, ਉਹ ਤਾਂ ਖੁਦ ਹੀ ਸੁੱਕਾ ਹੋਏ। ਸੁੱਕੇ ਦਰਖਤ ਦੇ ਅਸੀਂ ਕੋਲ ਬੈਠਾਂਗੇ ਵੀ ਅਸੀਂ ਗਰਮੀ ਤੋਂ ਬਚ ਜਾਈਏ, ਅਤੇ ਉਹ ਕਿੱਥੋਂ ਗਰਮੀ ਤੋਂ ਤਾਂ ਆਪ ਸੜਿਆ ਪਿਆ। ਉਹ ਆਪਾਂ ਨੂੰ ਕਿੱਥੋਂ ਛਾਂ ਦੇ। ਸੁੱਕੇ ਦਰਖਤ ਤੋਂ ਅਸੀਂ ਆਖੀਏ ਵੀ ਸਾਨੂੰ ਫਲ ਦੇ ਦੇਗਾ, ਫਲ ਦੀ ਆਸ ਰੱਖੀ ਤਾਂ ਕਿੱਥੋਂ ਫਲ ਦੇਗਾ। ਇਸ ਕਰਕੇ ਮਹਾਰਾਜ ਕਹਿੰਦੇ ਮਨਮੁੱਖ ਇਸ ਤਰ੍ਹਾਂ ਸੁੱਕੇ ਹੋਏ ਦਰਖਤ ਵਰਗਾ। ਜਿਵੇਂ ਪਾਣੀ ਤੋਂ ਬਿਨਾਂ ਖੇਤੀ ਸੁੱਕ ਜਾਂਦੀ, ਦਰਖਤ ਸੁੱਕ ਜਾਂਦਾ, ਉਵੇਂ ਹੀ ਸਿਮਰਨ ਤੋਂ ਬਿਨਾਂ, ਸਤ ਸੰਗਤ ਤੋਂ ਬਿਨਾਂ ਇਹ ਸਾਡੇ ਮਨ ਸੁੱਕ ਜਾਂਦੇ। ਮਹਾਰਾਜ ਕਹਿੰਦੇ ਬਿਨ ਸਿਮਰਨ ਦਿਨ ਰੈਣ ਵਿਰਥ ਵਿਹਾਏ, ਮੇਘ ਬਿਨਾਂ ਜਿਉਂ ਖੇਤੀ ਜਾਏ। ਬਈ ਜਿਵੇਂ ਪਾਣੀ ਤੋਂ ਬਿਨਾਂ ਖੇਤੀ ਉਜੜ ਗਈ, ਦਰਖਤ ਸੁੱਕ ਗਿਆ, ਮਨਮੁੱਖ ਸੁੱਕ ਗਿਆ, ਉਵੇਂ ਹੀ ਹੁਣ ਮਨਮੁੱਖਾਂ ਦੀ ਹਾਲਤ ਸੰਸਾਰ ਦੇ ਵਿੱਚ ਸੁੱਕੇ ਹੋਏ। ਕੋਈ ਛਾਂ ਨਹੀਂ, ਕੋਈ ਫਲ ਨਹੀਂ ਲੱਗਦਾ, ਅਤੇ ਉਹਨਾਂ ਤੋਂ ਜੀਵ ਹੁਣ ਸੁੱਖ ਦੀ ਆਸ ਰੱਖਣ ਵੀ ਸਾਨੂੰ ਇਹ ਸੁੱਖ ਦੇਣਗੇ, ਅਤੇ ਉਹ ਸੁੱਖ ਕਿੱਥੋਂ ਦੇਣਗੇ। ਉਹਨਾਂ ਨੂੰ ਤਾਂ ਮਹਾਰਾਜ ਕਹਿੰਦੇ ਫਿਰ ਨਿੱਤ ਕੱਟੀਏ ਅਤੇ ਜਲਾਈਏ, ਵੀ ਉਹਨਾਂ ਨੂੰ ਤਾਂ ਕੱਟਿਆ ਜਾਂਦਾ ਅਤੇ ਜਾਲਿਆ ਜਾਂਦਾ। ਹੁਣ ਇਸੇ ਤਰ੍ਹਾਂ ਹੀ ਫਿਰ ਸਤਿਗੁਰੂ ਕਹਿੰਦੇ ਵੀ ਉਹਨਾਂ ਨੇ ਆਪਦੇ ਘਰ ਬਾਰ ਦੀ ਗੱਲ ਨਹੀਂ ਕਰਨੀ, ਉਹਨਾਂ ਨੂੰ ਆਪਦੇ ਘਰ ਬਾਰ ਦਾ ਨਹੀਂ ਪਤਾ। ਇਸ ਕਰਕੇ ਫਿਰ ਕਹਿੰਦੇ ਵੀ ਜੇ ਅਸੀਂ ਉਹਨਾਂ ਦਾ ਸੰਗ ਕਰਾਂਗੇ ਤਾਂ ਸਾਨੂੰ ਕੋਈ ਲਾਭ ਨਹੀਂ ਹੋਣਾ, ਸਾਨੂੰ ਕੋਈ ਲਾਹਾ ਨਹੀਂ ਹੋਣਾ। ਮਨਮੁੱਖ ਬੇਰੀ ਵਰਗਾ, ਜਿਵੇਂ ਬੇਰੀ ਦੇ ਕੰਡੇ ਹੁੰਦੇ, ਅਤੇ ਗੁਰਮੁਖ ਨੂੰ ਕੇਲੇ ਦੇ ਨਿਆਈ ਕਹਿ ਦਿੱਤਾ ਵੀ ਜਿਵੇਂ ਕੇਲੇ ਦੇ ਨੇੜੇ ਬੇਰੀ ਹੋਵੇ। ਹੁਣ ਉਹ ਕੇਲਾ ਪ੍ਰੇਮ ਦੇ ਵਿੱਚ ਹਵਾ ਦੇ ਨਾਲ ਝੂਲਦਾ, ਅਤੇ ਉਹ ਬੇਰੀ ਉਹਦੇ ਪੱਤੇ ਚੀਰਦੀ, ਉਹਨੂੰ ਪਾੜਦੀ ਪੱਤਿਆਂ ਨੂੰ। ਹੁਣ ਉਹੀਓ ਹਾਲਤ ਮਹਾਰਾਜ ਕਹਿੰਦੇ ਨਾ ਮਨਮੁੱਖਾਂ ਦੀ। ਕਬੀਰ ਸਾਕਤ ਐਸਾ ਹੈ ਕੇਲੇ ਨਗਟ ਜਿਉਂ ਬੇਰ, ਉਹ ਝੂਲੇ ਉਹ ਚੀਰੀਏ
ਸਾਖਤ ਸੰਗ ਨਾ ਹੀਰ। ਬਈ ਗੁਰਮੁਖ ਦਾ ਪਿਆਰ ਦੇ ਵਿੱਚ ਸਿਮਰਨ ਕਰਦੇ, ਮਾਲਕ ਦੀ ਵਿਚਾਰ ਕਰਦੇ ਅਤੇ ਮਨਮੁਖ ਫਿੱਕੇ ਬੋਲ ਬੋਲਦੇ ਉਹਨਾਂ ਦੀ ਨਿੰਦਿਆ ਕਰਦੇ, ਉਹਨਾਂ ਨੂੰ ਹੀ ਮਾੜਾ ਬੋਲਦੇ। ਅਤੇ ਉਵੇਂ ਹੀ ਆ ਨਾ ਵੀ ਜਿਵੇਂ ਉਹ ਮਸਤੀ ਚੱਲਦਾ ਸਹਿਜ ਦੇ ਵਿੱਚ ਚੱਲਦੇ ਅਤੇ ਉਹ ਕੰਡੇ ਬੇਰੀ ਵਾਂਗੂ ਉਹਨਾਂ ਨੂੰ ਚੀਰਨ ਦੀ ਕੋਸ਼ਿਸ਼ ਕਰਦੇ। ਸੋ ਇਸ ਕਰਕੇ ਫਿਰ ਸਤਿਗੁਰੂ ਕਹਿੰਦੇ ਵੀ ਐਸੇ ਜਿਹੜੇ ਮਨਮੁਖ ਵੀ ਉਹਨਾਂ ਦਾ ਤਾਂ ਸੰਗ ਨਾ ਹੀ ਕਰੋ। ਕਬੀਰ ਸਾਖਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗ। ਬਈ ਸਾਖਤ ਹੈ ਜਿਹੜਾ, ਜੇ ਅਸੀਂ ਉਹਦਾ ਸੰਗ ਕਰ ਲਿਆ ਉਹਨੇ ਚੀਰਨਾ ਹੀ, ਉਹਨੇ ਮਤਲਬ ਸਾਡੇ ਮਨ ਨੂੰ ਅਸ਼ਾਂਤੀ ਕਰਨਾ। ਉਹਨੇ ਕੋਈ ਇਹ ਨਹੀਂ ਵੀ ਪਰਮਾਤਮਾ ਦੇ ਘਰ ਦੀ ਗੱਲ ਸਾਨੂੰ ਸੁਣਾਉਣੀ, ਉਹਨੇ ਤਾਂ ਵੈਰ ਵਿਰੋਧ ਦੀ ਗੱਲ ਕਰਨੀ, ਉਹਨੇ ਤਾਂ ਨਿੰਦਿਆ ਚੁਗਲੀ ਵੀ ਕਰਨੀ, ਉਹਨੇ ਤਾਂ ਸਾਡੇ ਮਨ ਨੂੰ ਅਸ਼ਾਂਤੀ ਕਰਨਾ, ਉਹਨੇ ਮੈਲ ਹੀ ਲਾਉਣੀ ਹੈ। ਇਸ ਵਾਸਤੇ ਫਿਰ ਇਹ ਆਪਾਂ ਨੂੰ ਸਤਿਗੁਰੂ ਨਾਲ ਗਿਆਨ ਦਿੰਦੇ, ਨਾਲ ਸੋਝੀ ਦਿੰਦੇ ਵੀ ਕਿਵੇਂ ਅਸੀਂ ਜਿਉਂਦੇ ਜੀ ਆਪਦੇ ਘਰ ਜਾਣਾ। ਅਤੇ ਉਹਦੇ ਵਾਸਤੇ ਇਹ ਰੁਕਾਵਟਾਂ ਨਹੀਂ, ਸਾਡੇ ਮਨ ਦੀ ਜਿਹੜੀ ਮੈਲ ਇਹ ਰੁਕਾਵਟ ਹੈ। ਅਤੇ ਇਹੋ ਮੈਲ ਹੈ ਜਦੋਂ ਅਸੀਂ ਕਿਸੇ ਦੀ ਨਿੰਦਿਆ ਸੁਣਦੇ ਹਾਂ ਜਾਂ ਕਰਦੇ ਹਾਂ, ਜਾਂ ਕਿਸੇ ਨਾਲ ਵੈਰ ਵਿਰੋਧ ਦੀ ਗੱਲ ਸੁਣਦੇ ਹਾਂ ਜਾਂ ਕਰਦੇ ਹਾਂ, ਉਹੀਓ ਸਾਡੇ ਮਨ 'ਤੇ ਮੈਲ ਚੜ੍ਹ ਜਾਂਦੀ ਦੁਰਮਤ ਦੀ। ਇਹੋ ਮੈਲ ਸਾਨੂੰ ਘਰ ਨਹੀਂ ਜਾਣ ਦਿੰਦੀ ਵਾਪਸ, ਇਹੋ ਮੈਲ ਸਾਨੂੰ ਆਪਦੇ ਘਰ ਦਾ ਭੇਦ ਨਹੀਂ ਆਉਣ ਦਿੰਦੀ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਸਾਡੀ ਸੱਚੀ ਸੰਗਤ ਜਿਹੜੀ ਉਹਨਾਂ ਗੁਰਮੁਖਾਂ ਦੇ ਨਾਲ ਹੀ ਹੈ ਵੀ ਜਿਨ੍ਹਾਂ ਦੇ ਨਾਲ ਬੈਠ ਕੇ ਅਸੀਂ ਸਿਮਰਨ ਕਰਦੇ ਹਾਂ, ਮਾਲਕ ਦੇ ਗੁਣ ਗਾਉਂਦੇ। ਸੱਚੀ ਵੈਸਕ ਤਿੰਨਾਂ ਸੰਗ ਜਿਨ ਸੰਗ ਜਪੀਏ ਨਾਉ। ਵੀ ਜਿਨ੍ਹਾਂ ਦੇ ਨਾਲ ਅਸੀਂ ਮਾਲਕ ਦਾ ਨਾਮ ਜਪਦੇ ਹਾਂ, ਸਿਮਰਨ ਕਰਦੇ ਹਾਂ, ਜਿਹੜੇ ਆਪਾਂ ਨੂੰ ਮਾਲਕ ਦੀ ਵਿਚਾਰ ਦੱਸਦੇ, ਅਸਲ ਦੇ ਵਿੱਚ ਉਹੀਓ ਸਾਡੇ ਅਸਲ ਸੱਜਣ ਅਤੇ ਉਹ ਸਾਡੇ ਭਰਾ, ਉਹ ਸਾਡੇ ਵੀਰ ਨੇ। ਜਿਹੜਾ ਮੈਨੂੰ ਮਾਲਕ ਦੀ ਮੱਤ ਦਿੰਦਾ, ਪਰਮਾਤਮਾ ਦੀ ਜਿਹੜਾ ਗੱਲ ਸੁਣਾਉਂਦਾ। ਮਹਾਰਾਜ ਕਹਿੰਦੇ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਬਈ ਮੇਰੇ ਜਿਹੜਾ ਪ੍ਰੀਤਮ ਦੀ ਕੋਈ ਮੈਨੂੰ ਗੱਲ ਸੁਣਾਵੇ ਪਰਮਾਤਮਾ ਦੀ ਪਿਆਰ ਦੀ, ਉਹ ਮੇਰਾ ਭਾਈ ਅਤੇ ਉਹ ਮੇਰਾ ਵੀਰ ਹੈ। ਅਸਲ ਮੇਰਾ ਵੀਰ ਉਹ ਹੈ। ਅਤੇ ਜਿਹਨੇ ਸਾਨੂੰ ਨਿੰਦਿਆ ਚੁਗਲੀ ਸੁਣਾਉਣੀ ਉਹ ਤਾਂ ਆਪਣੇ ਭਾਈ ਹੈ ਨਹੀਂ, ਉਹ ਆਪਣੇ ਵੀਰ ਨਹੀਂ। ਵੀਰ ਆਪਣੇ ਉਹ ਨੇ, ਭਾਈ ਆਪਣੇ ਉਹ ਨੇ ਜਿਹੜੇ ਆਪਾਂ ਨੂੰ ਫਿਰ ਮਾਲਕ ਦੀ ਗੱਲ ਸੁਣਾਉਂਦੇ, ਪਰਮਾਤਮਾ ਦੀ, ਜਿਹੜੇ ਸਾਨੂੰ ਇਹ ਵੈਰ ਵਿਰੋਧ ਛੱਡਣ ਨੂੰ ਕਹਿੰਦੇ, ਜਿਹੜੇ ਸਾਨੂੰ ਮਾਲਕ ਦੇ ਘਰ ਦਾ ਭੇਦ ਦਿੰਦੇ ਵੀ ਅਸੀਂ ਆਪਦੇ ਜੀਵਨ ਦਾ ਜਿਹੜਾ ਅਸਲ ਮਕਸਦ ਹੈ ਉਹਨੂੰ ਕਿਵੇਂ ਪੂਰਾ ਕਰਨਾ। ਜਿਹਨੇ ਹੁਣ ਆਪਾਂ ਨੂੰ ਸਜ਼ਾ ਦਾ ਹੱਕਦਾਰੀ ਬਣਾ ਦੇਣਾ, ਉਹ ਆਪਣਾ ਕਾਹਦਾ ਭਾਈ ਕਾਹਦਾ ਵੀਰ ਹੋਇਆ। ਜਿਵੇਂ ਹੁਣ ਆਪਾਂ ਨੂੰ ਕਿਸੇ ਨੇ ਸੰਸਾਰੀ ਤੌਰ 'ਤੇ ਲਾ ਦਈਏ ਵੀ ਆਪਾਂ ਨੂੰ ਕੋਈ ਸਜ਼ਾ ਦਵਾ ਦੇਵੇ, ਆਪਾਂ ਨੂੰ ਕੋਈ ਜੇਲ੍ਹ ਕਰਾ ਦੇਵੇ, ਅਤੇ ਆਪ ਆਖੀਏ ਵੀ ਇਹ ਮੇਰਾ ਕਾਹਦਾ ਵੀਰ ਹੈ, ਜਿਹਨੇ ਮੈਨੂੰ ਜੇਲ੍ਹ ਹੀ ਕਰਾਤੀ, ਜਿਹਨੇ ਮੈਨੂੰ ਸਜ਼ਾ ਹੀ ਦਵਾ ਦਿੱਤੀ, ਜਿਹਨੇ ਮੇਰੇ ਕੋਟੀ ਪਵਾ ਦਿੱਤੀ। ਹੁਣ ਇਸੇ ਤਰ੍ਹਾਂ ਹੀ ਇਹ ਆਪਣੇ ਵੀਰ ਨਹੀਂ ਜਿਨ੍ਹਾਂ ਨੇ ਆਪਾਂ ਨੂੰ ਸਜ਼ਾ ਦਿਵਾਉਣੀ, ਜਿਨ੍ਹਾਂ ਨੇ ਆਪਾਂ ਨੂੰ ਜਮਾਂ ਦੇ ਮਾਰਗ 'ਤੇ ਤੋਰ ਕੇ ਸਾਨੂੰ ਜਮਾਂ ਤੋਂ ਕੁੱਟ ਪਵਾਉਣੀ, ਜਿਨ੍ਹਾਂ ਨੇ ਸਾਨੂੰ ਸਜ਼ਾ ਦਿਵਾਉਣੀ, ਅੱਗੇ ਸਾਨੂੰ ਜੂਨਾਂ 'ਚ ਭੇਜ ਦੇਣਾ। ਅਤੇ ਉਹ ਆਪਣੇ ਕਾਹਦੇ ਭਾਈ ਨੇ, ਕਾਹਦੇ ਵੀਰ ਨੇ ਆਪਣੇ। ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਅਸਲ ਆਪਣਾ ਜਿਹੜਾ ਪਿਆਰ ਉਹ ਹੈ ਜਦੋਂ ਆਪਾਂ ਇਹ ਸਤਸੰਗਤ ਕਰਦੇ ਹਾਂ, ਜਦੋਂ ਆਪਾਂ ਇਹ ਸਿਮਰਨ ਕਰਦੇ ਹਾਂ, ਗੁਰਬਾਣੀ ਗੁਰੂ ਦੀ ਵਿਚਾਰ ਕਰਦੇ ਹਾਂ, ਇਹਨੂੰ ਕਹਿੰਦੇ ਆ ਸੱਚਾ ਪਿਆਰ, ਇਹਨੂੰ ਕਹਿੰਦੇ ਆਤਮਿਕ ਪਿਆਰ। ਵੀ ਇਹਦੇ ਵਿੱਚ ਕੋਈ ਸਵਾਰਥ ਨਹੀਂ ਹੁੰਦਾ। ਆਪਾਂ ਸੰਸਾਰ ਦੇ ਵਿੱਚ ਤਾਂ
ਸੰਸਾਰੀ ਜਿਹਨੂੰ ਅਸੀਂ ਕਹਿੰਦੇ ਆਪਦਾ ਪਰਿਵਾਰ ਕੁਟੁੰਬ, ਇਹ ਸਭ ਸਵਾਰਥ ਹੈ। ਸਵਾਰਥ ਕਰਕੇ ਇੱਕ ਦੂਜੇ ਨਾਲ ਬੱਝੇ ਹੋਏ ਨੇ, ਹੋਰ ਪਿਆਰ ਪਿਊਰ ਕੋਈ ਨਹੀਂ ਕਰਦੇ। ਸਵਾਰਥ ਹੈ। ਜੇ ਤਾਂ ਸਵਾਰਥ ਪੂਰਾ ਹੁੰਦਾ ਤੇ ਕਹਿਣਗੇ ਪਿਆਰ ਹੈ। ਜਿਹਦੇ ਉਹਨਾਂ ਦਾ ਸਵਾਰਥ ਪੂਰਾ ਨਾ ਹੋਇਆ, ਉਹਨਾਂ ਨੇ ਉਦਣ ਹੀ ਆਪਣੇ ਉਲਟ ਹੋ ਜਾਣ, ਉਦੋਂ ਹੀ ਫਿੱਕੇ ਬੋਲ ਬੋਲਣੇ, ਮਾੜਾ ਬੋਲਣਾ ਸ਼ੁਰੂ ਕਰ ਦੇਣਗੇ, ਉਦੋਂ ਹੀ ਨਿੰਦਿਆ ਸ਼ੁਰੂ ਕਰ ਦੇਣਗੇ ਕਰਨ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜਦੋਂ ਆਪਾਂ ਇਸ ਮਾਰਗ ਦੇ ਉੱਤੇ ਚੱਲਦੇ ਹਾਂ, ਮਾਲਕ ਨੂੰ ਮਿਲਾਪਦੇ, ਅਤੇ ਇਹਦੇ ਵਿੱਚ ਸਾਡਾ ਕੋਈ ਸੰਸਾਰ ਦਾ ਸਵਾਰਥ ਨਹੀਂ। ਨਾ ਸਵਾਰਥ ਹੋਣ ਕਰਕੇ ਤਾਂਹੀਓ ਇਹ ਪਿਆਰ ਟੁੱਟਦਾ ਨਹੀਂ, ਤਾਂਹੀਓ ਇਹ ਧੁਰ ਦਰਗਾਹ ਤੱਕ ਨਿਭ ਜਾਂਦਾ। ਜਿਹੜਾ ਸਵਾਰਥ ਵਾਲਾ ਪਿਆਰ ਹੁੰਦਾ ਉਹ ਤਾਂ ਟੁੱਟਣਾ ਹੀ ਟੁੱਟਣਾ, ਅੱਜ ਨਹੀਂ ਕੱਲ੍ਹ ਟੁੱਟ ਜਾਏਗਾ, ਉਹ ਟੁੱਟੇਗਾ ਹੀ ਟੁੱਟੇਗਾ, ਬਾਹਲਾ ਲੰਮਾ ਸਮਾਂ ਨਹੀਂ ਨਿਭਦਾ। ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰੂ ਇਹ ਸਾਡੇ ਜੀਵਨ ਦੀ ਜਾਂਚ ਦੱਸਦੇ ਹੋਏ, ਇਹ ਸਾਨੂੰ ਸਾਡਾ ਜਿਹੜਾ ਜੀਵਨ ਕਿਵੇਂ ਪ੍ਰੇਮ ਵਾਲਾ ਬਣ ਜੇ, ਕਿਵੇਂ ਅਸੀਂ ਇਹ ਪ੍ਰੇਮ ਦੇ ਮਾਰਗ 'ਤੇ ਚੱਲੀਏ ਅਤੇ ਅਸੀਂ ਪ੍ਰੇਮ ਕਰਨਾ ਸਿੱਖ ਜਾਈਏ, ਉਹਦੇ ਵਾਸਤੇ ਫਿਰ ਸਤ ਸੰਗਤ ਹੈ, ਸਤਿਗੁਰ ਦਾ ਸਕੂਲ, ਜਿਸੇ ਆ ਕੇ ਅਸੀਂ ਇਹ ਸਿੱਖਣਾ। ਆਈਆਂ ਮਾਰੇ ਫਰਮਾਉਂਦੇ ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਸੋਂ ਹਰ ਗੁਣ ਸਿੱਖਾਂ। ਵੀ ਜਿੱਥੇ ਆ ਕੇ ਅਸੀਂ ਇਹ ਸਿੱਖਣਾ ਪ੍ਰੇਮ, ਵੀ ਜਿਹਨੂੰ ਅਸੀਂ ਪਿਆਰ ਕਹਿੰਦੇ ਹਾਂ ਪਹਿਲਾਂ, ਉਹ ਤਾਂ ਪਿਆਰ ਸਾਨੂੰ ਦੁੱਖ ਹੀ ਦਿੰਦਾ। ਸੰਸਾਰ ਦੇ ਵਿੱਚ ਆਪਾਂ ਦੇਖਦੇ ਹੀ ਹਾਂ, ਉਹ ਜਿਹੜਾ ਪਿਆਰ ਆਪਦੀ ਮੱਤ ਵਾਲਾ, ਉਹਦੇ ਵਿੱਚ ਦੁੱਖ ਹੀ ਦੁੱਖ। ਜਦੋਂ ਆਪਾਂ ਗੁਰੂ ਦੀ ਮੱਤ ਦੁਆਰਾ ਚੱਲਾਂਗੇ ਅਤੇ ਇਹ ਪਿਆਰ ਜੋ ਸਤਿਗੁਰੂ ਸਾਨੂੰ ਕਹਿ ਰਹੇ, ਇਹਦੇ ਵਿੱਚ ਸੁੱਖ ਹੈ, ਇਹਦੇ ਵਿੱਚ ਆਨੰਦ ਹੈ, ਇਹਦੇ ਵਿੱਚ ਦੁੱਖ ਨਹੀਂ ਹੈ। ਇਸ ਵਾਸਤੇ ਫਿਰ ਆਪਾਂ ਇਹ ਸਿੱਖਣਾ, ਅਤੇ ਸਿੱਖਣ ਵਾਸਤੇ ਹੀ ਆਪਾਂ ਫਿਰ ਗੁਰੂ ਦੀ ਸ਼ਰਨ ਚਾਹੁੰਦੇ ਹਾਂ। ਅਤੇ ਮਹਾਰਾਜ ਕਹਿੰਦੇ ਵੀ ਇਹ ਭੇਦ ਲੈਣ ਵਾਸਤੇ, ਗੁਰੂ ਦੀ ਮੱਤ ਲੈਣ ਵਾਸਤੇ ਫਿਰ ਇਹ ਆਪਾਂ ਸਿਮਰਨ ਕਰਨਾ। ਜਿਉਂ-ਜਿਉਂ ਅਸੀਂ ਸਿਮਰਨ ਕਰਕੇ ਅੰਤਰਮੁਖੀ ਹੋਵਾਂਗੇ, ਜਿਉਂ-ਜਿਉਂ ਸਾਡਾ ਮਨ ਨਿਰਮਲ ਹੋਏਗਾ, ਅਤੇ ਸਾਡੇ ਮਨ ਦਾ ਜਿਹੜਾ ਸੁਭਾਅ ਉਹ ਵਿਰਾਗੀ ਹੈ। ਅਸਲ ਸੁਭਾਅ ਹੈ ਜਿਹੜਾ ਸਾਡਾ, ਉਹ ਪ੍ਰੇਮ ਵਾਲਾ ਹੈ, ਮਨ ਦਾ ਵਿਰਾਗੀ ਸੁਭਾਅ। ਹੁਣ ਇਹਦੇ 'ਤੇ ਮੈਲ ਚੜ੍ਹ ਗਈ, ਤਾਂ ਕਰਕੇ ਸਾਨੂੰ ਆਪਦਾ ਅਸਲ ਸੁਭਾਅ ਜਿਹੜਾ ਉਹ ਪਤਾ ਨਹੀਂ ਲੱਗਦਾ ਵੀ ਸਾਡਾ ਸੁਭਾਅ ਕਿਹੋ ਜਿਹਾ। ਅਤੇ ਜੋ ਸਾਡੇ ਮਨ ਦਾ ਸੁਭਾਅ ਮਹਾਰਾਜ ਦੱਸਦੇ, ਕਹਿੰਦੇ ਮਨ ਕਾ ਸੁਭਾਅ ਸਦਾ ਵਿਰਾਗੀ, ਵੀ ਮਨ ਦਾ ਜਿਹੜਾ ਅਸਲ ਸੁਭਾਅ ਵਿਰਾਗ ਵਾਲਾ। ਇਹ ਆਓ ਹੁਣ ਕਿਵੇਂ ਸਾਡਾ ਅਸਲ ਸੁਭਾਅ ਜਿਹੜਾ ਉਹ ਪ੍ਰਗਟ ਹੋਣਾ, ਉਹਦੇ ਵਾਸਤੇ ਮਹਾਰਾਜ ਜੀ ਆਪਾਂ ਨੂੰ ਸਾਸ ਗਿਰਾਸੇ ਮਨ ਦੱਸਦੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 Hare
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਆਪਾਂ ਇਹ ਸਿਮਰਨ ਕਰਦੇ ਹਾਂ, ਜਿਉਂ-ਜਿਉਂ ਅਸੀਂ ਅਭਿਆਸ ਕਰਾਂਗੇ ਅਤੇ ਉਹਦੇ ਅਸੀਂ ਅੰਤਰਮੁਖੀ ਹੋਵਾਂਗੇ। ਜਿਉਂ-ਜਿਉਂ ਅਸੀਂ ਅੰਤਰਮੁਖੀ ਹੋਵਾਂਗੇ, ਸਾਡਾ ਅਸਲ ਸੁਭਾਅ ਜਿਹੜਾ ਉਹ ਪ੍ਰਗਟ ਹੋਏਗਾ, ਅਤੇ ਉਹ ਸਾਡੇ ਮਨ ਦਾ ਜਿਹੜਾ ਅਸਲ ਸੁਭਾਅ ਉਹ ਵਿਰਾਗ ਵਾਲਾ ਹੈ। ਜਦੋਂ ਸਾਡਾ ਮਨ ਸ਼ੁੱਧ ਹੋ ਗਿਆ ਅਤੇ ਇਹਨੇ ਵਿਰਾਗੀ ਹੋ ਜਾਣਾ, ਅਤੇ ਜਦੋਂ ਇਹ ਵਿਰਾਗੀ ਹੋ ਗਿਆ ਫਿਰ ਇਹ ਮਾਇਆ ਨੂੰ ਛੱਡ ਦਿੰਦਾ, ਫਿਰ ਕੋਈ ਰੁਕਾਵਟ ਨਹੀਂ ਮਾਲਕ ਨੂੰ ਮਿਲਾਪ ਦੇ ਵਿੱਚ। ਅਤੇ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਮਨ ਨੇ ਵਿਰਾਗੀ ਫੇਰ ਹੋਣਾ ਜੇ ਇਹ ਨਿਰਮਲ ਹੋਏਗਾ, ਜੇ ਸਿਮਰਨ ਕਰੇਗਾ, ਜੇ ਨਾਲ ਹੀ ਗੁਰੂ ਦੀ ਮੱਤ ਲੈ ਕੇ ਚੱਲੇਗਾ। ਜਿਉਂ-ਜਿਉਂ ਅਸੀਂ ਗੁਰੂ ਦੀ ਮੱਤ ਲਵਾਂਗੇ, ਨਾਲ ਪਰਹੇਜ਼ ਰੱਖਾਂਗੇ, ਫਿਰ ਤਾਂ ਸਾਡਾ ਮਨ ਸ਼ੁੱਧ ਹੋ ਜਾਏਗਾ। ਨਹੀਂ ਤਾਂ ਜਿਵੇਂ ਬੱਚੇ ਨੂੰ ਇਸ਼ਨਾਨ ਕਰਾਈਏ ਅਤੇ ਬਾਹਰ ਜਾ ਕੇ ਉਹ ਫਿਰ ਆਪਦੇ ਉੱਤੇ ਮਿੱਟੀ ਪਾ ਲਵੇ, ਫਿਰ ਉਹ ਲਿਬੜ ਜਾਵੇ। ਇਸੇ ਤਰ੍ਹਾਂ ਹੀ ਹੁਣ ਸਤਿਗੁਰੂ ਆਪਾਂ ਨੂੰ ਇਸ਼ਨਾਨ ਕਰਾਉਂਦੇ। ਜਦੋਂ ਆਪਾਂ ਸਤਸੰਗ 'ਚ ਆਉਂਦੇ ਹਾਂ, ਸ਼ਬਦ ਦੀ ਵਿਚਾਰ ਕਰਦੇ, ਇਹ ਸਾਡੇ ਮਨ ਦਾ ਇਸ਼ਨਾਨ ਹੁੰਦਾ। ਮਹਾਰਾਜ ਕਹਿੰਦੇ ਮਨ ਤਨ ਧੋਵੇ ਸ਼ਬਦ ਵਿਚਾਰੀ। ਵੀ ਜਦੋਂ ਇੱਕ ਜਣਾ ਆਪਾਂ ਸ਼ਬਦ ਦੀ ਵਿਚਾਰ ਕਰਦਾ, ਬਾਕੀ ਆਪਾਂ ਸੁਣਦੇ ਹਾਂ, ਇਹਦੇ ਨਾਲ ਸਾਡਾ ਮਨ ਧੋਤਾ ਜਾਂਦਾ। ਅਤੇ ਜਦੋਂ ਮਨ ਧੋਤਾ ਗਿਆ, ਫਿਰ ਸਤਿਗੁਰੂ ਸਾਨੂੰ ਕਹਿੰਦੇ ਵੀ ਹੁਣ ਲਿਬੜਨਾ, ਵੀ ਹੁਣ ਇਸੇ ਤਰ੍ਹਾਂ ਮਨ ਨੂੰ ਧੋ ਕੇ ਹੀ ਰੱਖ। ਅਤੇ ਲਿਬੜਦਾ ਕਿਵੇਂ? ਵੀ ਜਦੋਂ ਬਾਹਰ ਜਾ ਕੇ ਅਸੀਂ ਸੰਸਾਰ ਦੀਆਂ ਵਿਚਾਰਾਂ 'ਚ ਪੈ ਗਏ, ਜੇ ਅਸੀਂ ਕਿਸੇ ਹੋਰ ਦੀਆਂ ਗੱਲਾਂ ਕਰਨ ਲੱਗ ਗਏ, ਕਿਸੇ ਦੀ ਨਿੰਦਿਆ ਕਰ ਲਈ, ਕਿਸੇ ਨਾਲ ਦੌਦਾ ਦੀ ਗੱਲ ਕਰ ਲਈ, ਸੁਣ ਲਈ, ਉਹ ਕੀ ਹੋਇਆ, ਅਸੀਂ ਫਿਰ ਲਿਬੜ ਜਾਣਾ। ਉਹੀ ਉਹ ਮੈਲ ਸਾਡੇ ਮਨ ਦੇ ਉੱਤੇ ਫਿਰ ਚੜ੍ਹ ਜਾਣੀ। ਇਸ ਵਾਸਤੇ ਫਿਰ ਨਾਲ ਹੀ ਆਪਾਂ ਨੂੰ ਗਿਆਨ ਦਿੱਤਾ ਜਾਂਦਾ, ਬਈ ਤਾਂ ਕਿ ਸਾਡੇ ਮਨ 'ਤੇ ਮੈਲ ਨਾ ਚੜ੍ਹੇ, ਇਹ ਹੋਰ ਸ਼ੁੱਧ ਹੁੰਦਾ ਜਾਵੇ, ਵੀ ਬਿਲਕੁਲ ਸ਼ੁੱਧ ਹੋ ਜੇ ਪੂਰਾ। ਉਹਦੇ ਵਾਸਤੇ ਫਿਰ ਜੇ ਅਸੀਂ ਲਗਾਤਾਰ ਹੀ ਸਿਮਰਨ ਕਰਾਂਗੇ, ਨਾਲ ਹੀ ਪਰਹੇਜ਼ ਰੱਖਾਂਗੇ, ਫਿਰ ਹੀ ਇਹ ਸਾਡਾ ਮਨ ਧੋਤਾ ਜਾ ਸਕਦਾ, ਫਿਰ ਹੀ ਇਹ ਪੂਰਾ ਸ਼ੁੱਧ ਹੋ ਸਕਦਾ, ਫਿਰ ਹੀ ਇਹ ਵਿਰਾਗੀ ਹੋ ਸਕਦਾ। ਇਸ ਲਈ ਹੁਣ ਆਪਾਂ ਕੋਸ਼ਿਸ਼ ਕਰਨੀ, ਵੱਧ ਤੋਂ ਵੱਧ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ, ਅਤੇ ਜਿੱਥੇ ਇਕੱਠੇ ਹੁੰਦੇ ਜਿੰਨੀ ਕੁ ਆਪਾਂ ਨੂੰ ਸਮਝ ਲੱਗਦੀ ਗੁਰਬਾਣੀ ਦੀ, ਉਹ ਆਪਾਂ ਵਿਚਾਰ ਕਰਨ। ਜੇ ਕੋਈ ਆਪਣੇ ਕੋਲ ਕਿਸੇ ਦੀ ਨਿੰਦਿਆ ਕਰਦਾ ਹੁੰਦਾ, ਉਹਨੂੰ ਰੋਕ ਦਿਆ ਕਰੋ, ਬਈ ਗੁਰਬਾਣੀ ਗੁਰੂ ਸਾਨੂੰ ਕਹਿੰਦੇ ਜਿਹੜਾ ਨਿੰਦਾ ਕਰਦਾ ਉਹਦਾ ਮੂੰਹ ਕਾਲਾ ਹੁੰਦਾ, ਅਤੇ ਉਹਨੂੰ ਮੂੰਹ ਕਾਲਾ ਕਰਕੇ ਉਹਨੂੰ ਨਰਕਾਂ 'ਚ ਸੁੱਟਿਆ ਜਾਂਦਾ, ਅਤੇ ਜਿਹੜਾ ਸੁਣਦਾ ਨਿੰਦਿਆ ਨਾਲ ਉਹਨੂੰ ਵੀ ਹਿੱਸਾ ਮਿਲਦਾ, ਉਹਦਾ ਵੀ ਮੂੰਹ ਕਾਲਾ ਹੋ ਜਾਂਦਾ। ਇਸ ਲਈ ਗੁਰਬਾਣੀ ਗੁਰੂ ਫਰਮਾਉਂਦੇ, ਨਿੰਦਾ ਭਲੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰਨ, ਮੂੰਹ ਕਾਲੀ ਤਨ ਨਿੰਦਕਾਂ ਨਰਕੀ ਘੋਰ ਭਵਨ। ਹੁਣ ਜੇ ਆਪਾਂ ਉਹਨੂੰ ਰੋਕਾਂਗੇ, ਜੇ ਤਾਂ ਉਹ ਗੁਰੂ ਨੂੰ ਮੰਨਦਾ ਗੁਰਬਾਣੀ ਗੁਰੂ 'ਚ, ਫਿਰ ਤਾਂ ਉਹ ਮੰਨ ਲਏਗਾ ਵੀ ਠੀਕ ਹੈ ਜੀ, ਵੀ ਨਹੀਂ ਕਰਦੇ। ਜੇ ਉਹ ਨਹੀਂ ਮੰਨੇਗਾ, ਆਪਾਂ ਰੋਕਾਂਗੇ, ਅਤੇ ਫਿਰ ਉਹ ਆਪਣੇ ਕੋਲ ਨਹੀਂ ਕਰੇਗਾ, ਅਤੇ ਆਪਣਾ ਨਾ ਬਚਾਅ ਹੋ ਜਾਏਗਾ ਵੀ ਆਪਾਂ ਜ਼ਰੂਰੀ ਮੂੰਹ ਕਾਲਾ ਕਰਾਉਣਾ, ਤਾਂ ਆਪਾਂ ਜ਼ਰੂਰੀ ਸਜ਼ਾ ਲੈਣੀ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹੀ ਨਾਲ ਜੋ ਗਿਆਨ ਦਿੰਦੇ, ਸੋਝੀ ਦਿੰਦੇ, ਉਹ ਫਿਰ ਅੱਗੇ ਆਪਾਂ ਇਹ ਵਿਚਾਰ, ਇਹ ਗਿਆਨ ਨੂੰ ਲੈ ਕੇ ਚੱਲਣਾ ਹੁੰਦਾ। ਇਹ ਨਹੀਂ ਵੀ ਆਪਾਂ ਸੁਣ ਲਿਆ ਅਤੇ ਸੁਣ ਕੇ ਮੁੜ ਕੇ ਅਸੀਂ ਫਿਰ ਉਹ ਨਿੰਦਿਆ ਵੀ ਸੁਣੀ ਜਾਈਏ, ਉਹ ਵੈਰ ਵਿਰੋਧ ਦੀ ਗੱਲ ਵੀ ਸੁਣੀ ਜਾਈਏ, ਨਾਲ ਕਰੀ ਵੀ ਜਾਈਏ, ਫਿਰ ਤਾਂ ਗਿਆਨ ਤਾਂ ਸਾਡੇ ਕਿਸੇ ਕੰਮ ਹੀ ਨਾ। ਜਿਵੇਂ ਹੱਥ ਦੇ ਵਿੱਚ ਸਾਡੇ ਦੀਵਾ ਹੋਵੇ ਅਤੇ ਅਸੀਂ ਫਿਰ ਖੂਹ 'ਚ ਡਿੱਗੀਏ,
ਫਿਰ ਉਹ ਦੀਵੇ ਦਾ ਸਾਨੂੰ ਕੀ ਫਾਇਦਾ ਹੋਇਆ। ਗਿਆਨ ਤਾਂ ਉਹੀ ਆ ਨਾ ਵੀ ਜਿਹਨਾਂ ਸਾਡੇ ਕੰਮ ਆ ਜਾਵੇ, ਅਤੇ ਜੇ ਸਾਡੇ ਕੰਮ ਹੀ ਨਾ ਆਇਆ ਤਾਂ ਫਿਰ ਸਾਨੂੰ ਉਹਦਾ ਫਾਇਦਾ ਕੀ ਹੋਇਆ, ਸਾਨੂੰ ਉਹਦਾ ਲਾਹਾ ਕੀ ਹੋਇਆ। ਸੋ ਇਸ ਵਾਸਤੇ ਫਿਰ ਇਹ ਗਿਆਨ ਨੂੰ ਆਪਾਂ ਹਿਰਦੇ 'ਚ ਵਸਾਉਣਾ, ਇਹਨੂੰ ਦ੍ਰਿੜ ਕਰਨਾ। ਅਤੇ ਉਹ ਦ੍ਰਿੜ ਫਿਰ ਤਾਂ ਹੀ ਹੋਏਗਾ ਜਦੋਂ ਜਿੰਨੀ ਕੁ ਆਪਾਂ ਨੂੰ ਸਮਝ ਆਪਾਂ ਅੱਗੇ ਦੱਸਾਂਗੇ, ਨਾਲੇ ਤਾਂ ਆਪਣਾ ਬਚਾਅ, ਨਾਲੇ ਅਗਲੇ ਦਾ ਬਚਾਅ, ਕੁਛ ਨਾ ਕੁਛ ਉਹਦਾ ਵੀ ਧਨ ਜਮ੍ਹਾਂ ਹੋ ਜਾਏਗਾ। ਇਸ ਲਈ ਹੁਣ ਆਪਾਂ ਇਹ ਕੋਸ਼ਿਸ਼ ਕਰਨੀ ਵੱਧ ਤੋਂ ਵੱਧ ਸੰਗਤ ਕਰਨੀ, ਅਤੇ ਇਹ ਸਾਰਾ ਭੇਤ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ। ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਆਪਾਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਇਹ ਗਿਆਨ ਸਾਡੇ ਹਿਰਦੇ 'ਚ ਵਸ ਜੇ, ਸਾਡੇ ਮਨ 'ਚ ਵਸ ਜੇ, ਵੀ ਸਾਨੂੰ ਭੁੱਲੇ ਨਾ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।